ਵਾਹਿਗੁਰੂ ਜੀ ਕੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਛ ਹਾਉ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲੇਹ, ਸਧਨਾ ਜਨ ਤੋਰਾ। ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨਾ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਿਲਾ ਚੌਥਾ। ਘੋੜੀਆਂ ਇੱਕ ਓਂਕਾਰ ਸਤ ਗੁਰ ਪ੍ਰਸਾਦ। ਦੇਹ ਤੇਜਣ ਜੀ ਰਾਮ ਉਪਾਇਆ ਰਾਮ। ਧਨ ਮਾਨਸ ਜਨਮ ਪੁੰਨ ਪਾਇਆ ਰਾਮ। ਦੇਹ ਤੇਜਣ ਜੀ ਰਾਮ ਉਪਾਇਆ ਰਾਮ। ਧਨ ਮਾਨਸ ਜਨਮ ਪੁੰਨ ਪਾਇਆ ਰਾਮ। ਮਾਨਸ ਜਨਮ ਵੱਡ ਪੁੰਨੇ ਪਾਇਆ। ਦੇਹ ਸੁਕੰਚਨ ਚੰਗੜੀਆ। ਗੁਰਮੁਖ ਰੰਗ ਚਲੂਲਾ ਪਾਵੈ। ਹਰ 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 ਨਵ ਰੰਗੜੀਆ। ਇਹ ਦੇਹ ਸੁਬਾਂਕੀ ਜਿਤ ਹਰ ਜਾਪੀ। ਹਰ ਹਰ ਨਾਮ ਸੁਹਾਵੀਆ। ਵੱਡ ਭਾਗੀ ਪਾਈ ਨਾਮ ਸਖਾਈ। ਜਨ ਨਾਨਕ ਰਾਮ ਉਪਾਈਆ। ਇਹ ਦੇਹ ਸੁਬਾਂਕੀ ਜਿਤ ਹਰ ਜਾਪੀ। ਹਰ ਹਰ ਨਾਮ ਸੁਹਾਵੀਆ। ਵੱਡ ਭਾਗੀ ਪਾਈ ਨਾਮ ਸਖਾਈ। ਜਨ ਨਾਨਕ ਰਾਮ ਉਪਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਦੇ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ
ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰਾਂ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ੇ। ਮਹਾਰਾਜ ਦੀ ਰਹਿਮਤ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਦੇ ਸ਼੍ਰੀ ਮੁਖਵਾਕ ਸਾਡੇ ਵਾਸਤੇ ਪ੍ਰਾਪਤ ਹੋਏ ਨੇ ਔਰ ਇਹਨਾਂ ਮੁੱਖ ਵਾਕਾਂ ਦੇ ਤਹਿਤ ਹੀ ਅਸਾਂ ਆਪਣੇ ਆਪ ਨੂੰ ਚਲਾਉਣ ਦਾ ਯਤਨ ਕਰਨਾ ਹੈ। ਅਸਾਂ ਨੇ ਤੁਰਨਾ ਹੈ, ਆਪਣੇ ਮੰਜ਼ਿਲਾਂ 'ਤੇ ਵੀ ਪਹੁੰਚਣਾ ਹੈ। ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਆਪਣੇ ਪਰਿਵਾਰ ਦੇ ਵਿਵਹਾਰਾਂ ਨੂੰ ਵੀ ਠੀਕ ਰੱਖਣਾ ਹੈ ਅਤੇ ਅਸਾਂ ਆਪਣੀ ਮੰਜ਼ਿਲ ਵੀ ਪ੍ਰਾਪਤ ਕਰਨੀ ਹੈ। ਉਹਦੇ ਵਾਸਤੇ ਤਰੀਕਾ ਕੋਈ ਤਾਂ ਅਪਣਾਉਣਾ ਪੈਣਾ ਨਾ। ਅਤੇ ਮਹਾਰਾਜ ਨੇ ਕੁਝ ਬਾਰੀਕ ਜਿਹੀਆਂ ਗੱਲਾਂ ਇਸ ਪਾਵਨ ਬਚਨ 'ਚ ਸਾਂਝੀਆਂ ਕੀਤੀਆਂ ਨੇ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੰਸਾਰ। ਜੀਵਨ 'ਤੇ ਬਹੁਤ ਸਾਰੇ ਲੋਕ ਜੀ ਰਹੇ ਨੇ, ਸਾਰੇ ਜੀ ਰਹੇ ਨੇ, ਪਰ ਅਕਸਰ ਦੇਖੀਦਾ ਲੋਕ ਕੀ ਕਰੀਏ, ਭਰਮ ਦੇ ਭਟਕਦੇ ਫਿਰਦੇ। ਕਿਉਂ ਭਟਕਦੇ ਫਿਰਦੇ? ਨਾਮ ਤੋਂ ਬਿਨਾਂ। ਨਾਮ ਇੱਕ ਐਸੀ ਤਤ ਕਲਾ ਹੈ ਜੋ ਭਟਕਣਾ ਨੂੰ ਰੋਕ ਦੇती है। ਨਾਮ ਕੋ ਦੇਖਣ ਵਾਲੀ ਤੇ ਸੁਣਨ ਵਾਲੀ ਸ਼ੈ ਨਹੀਂ ਹੈ ਕਿ ਅਸੀਂ ਇੱਕ ਦੂਜੇ ਨੂੰ ਦਿਖਾ ਦਈਏ, ਆਹ ਦੇਖੋ ਜੀ ਮੇਰੇ ਕੋ ਨਾਮ ਹੈਗਾ, ਨਾਮ ਹੈਗਾ, ਜਾਂ ਮੈਂ ਉੱਚੀ ਉੱਚੀ ਬੋਲ ਕੇ ਸੁਣਾਵਾਂ ਜੀ ਆਹ ਲੋ ਨਾਮ, ਇੱਦਾਂ ਸੁਣਿਆ ਜਾਂਦਾ। ਇੱਦਾਂ ਨਹੀਂ ਹੋ ਸਕਦਾ। ਹਾਂ, ਅਸੀਂ ਨਾਮ ਸੁਣਦੇ ਹਾਂ, ਰੋਜ਼ ਸੁਣਦੇ ਹਾਂ, ਪਰ ਬਾਵਜੂਦ ਅਸੀਂ ਇਹ ਕਹਿ ਨਹੀਂ ਪਾਵਾਂਗੇ ਕਿ ਆਹੀ ਨਾਮ ਹੈ। ਸੁਣਦੇ ਰੋਜ਼ ਹਾਂ। ਜਦੋਂ ਵੀ ਅਸੀਂ ਬਾਣੀ ਸੁਣਦੇ ਹਾਂ ਕਿਸੇ ਵੀ ਰੂਪ ਦੇ ਵਿੱਚ, ਉਦੋਂ ਅਸੀਂ ਨਾਮ ਸੁਣਦੇ ਹਾਂ, ਕਿਉਂਕਿ ਸੰਪੂਰਨ ਬਾਣੀ ਦੇ ਵਿੱਚ ਨਾਮ ਹੈ। ਅਤੇ ਜਦੋਂ ਵੀ ਕੋਈ ਬਾਣੀ ਕਿਸੇ ਰੂਪ ਵਿੱਚ ਸੁਣਦਾ ਹੈ ਅਤੇ ਪੜ੍ਹਦਾ ਹੈ, ਉਸ ਨਾਮ ਤੱਕ ਪਹੁੰਚ ਬਣਦੀ। ਪ੍ਰਾਪਤ ਕਰੇ ਨਾ ਕਰੇ, ਹੋਵੇ ਨਾ ਹੋਵੇ, ਉਹ ਅਲੱਗ ਬਾਤ ਹੈ। ਜਿਵੇਂ ਅਸੀਂ ਬਾਜ਼ਾਰ ਜਾਂਦੇ ਹਾਂ, ਦੁਨੀਆ ਭਰ ਦੀਆਂ ਦੁਕਾਨਾਂ ਬਾਜ਼ਾਰ ਵਿੱਚ ਹੁੰਦੀਆਂ ਨੇ, ਅਸੀਂ ਦੇਖਦੇ ਹਾਂ, ਨਹੀਂ ਖਰੀਦਦੇ, ਸਮਰੱਥਾ ਨਹੀਂ ਹੁੰਦੀ ਜਾਂ ਚਿੱਤ ਨਹੀਂ ਹੁੰਦਾ, ਦੋ ਚੀਜ਼ਾਂ ਹੁੰਦੀਆਂ ਨੇ। ਬਾਜ਼ਾਰ ਵਿੱਚ ਜਾ ਕੇ ਸਾਮਾਨ ਸਭ ਦਿਖ ਰਿਹਾ ਹੁੰਦਾ ਅਤੇ ਖਰੀਦਣ ਵਾਸਤੇ ਦੋ ਚੀਜ਼ਾਂ ਹੀ ਕੰਮ ਕਰਦੀਆਂ ਨੇ। ਜਾਂ ਤਾਂ ਭਾਈ ਸਾਡੀ ਸਮਰੱਥਾ ਨਹੀਂ ਹੁੰਦੀ, ਵਸਤੂਆਂ ਮਹਿੰਗੀਆਂ ਹੁੰਦੀਆਂ ਨੇ, ਬਾਜ਼ਾਰ ਵੱਡਾ ਹੈ, ਸਾਡੀ ਜੋ ਸਾਡਾ ਲੈਵਲ ਹੈ, ਮਿਆਰ ਹੈ, ਦੇਖ ਕੇ ਲੰਘ ਜਾਈਦਾ। ਅਤੇ ਜਾਂ ਬਸ ਚੇਤੀ ਨਹੀਂ ਹੁੰਦਾ, ਬਸ ਠੀਕ ਹੈ ਟਾਈਮ ਪਾਸ ਲਈ ਆਏ ਹੁੰਦੇ ਹਾਂ। ਇਸੇ ਤਰ੍ਹਾਂ ਅਸੀਂ ਕਈ ਵਾਰ ਸਤਸੰਗਤਾਂ ਦੇ ਵਿੱਚ ਇਸੇ ਤਰ੍ਹਾਂ ਜਾਂਦੇ ਹਾਂ। ਬਹੁਤੀ ਵਾਰ ਤਾਂ ਸਾਡੇ ਚਿੱਤ ਨਹੀਂ ਹੁੰਦਾ, ਆਉਂਦੇ ਜ਼ਰੂਰ ਆ ਪਰ ਚਿੱਤ ਨਹੀਂ ਹੁੰਦਾ। ਖਿਮਾ ਕਰਨਾ, ਬਹੁਤ ਸਾਰੇ ਜੀਵਨ ਦੇਖੀਦਾ, ਉਹ ਸੈਰ ਕਰਨ ਦੇ ਬਹਾਨੇ ਆਉਂਦੇ ਨੇ, ਸੈਰ ਕਰਦੇ ਨੇ, ਆਉਂਦੇ ਆਉਂਦੇ ਮੱਥਾ ਵੀ ਟੇਕ ਜਾਂਦੇ। ਚੰਗੀ ਗੱਲ ਹੈ, ਮੰਦਾ ਤਾਂ ਨਹੀਂ ਕਹਿ ਸਕਦੇ, ਕਰਮ ਤਾਂ ਚੰਗਾ ਹੈ ਉਹਨਾਂ ਦਾ, ਕੋਈ ਦੋ ਰਾਏ ਨਹੀਂ, ਪਰ ਚਿੱਤ ਵਿੱਚ ਕੁਝ ਨਹੀਂ ਹੈ ਅਤੇ ਨਾ ਕੁਝ ਮਿਲਦਾ। ਆਏ ਗਏ, ਆਏ ਗਏ, ਆਏ ਗਏ। ਸਾਡੇ 'ਚੋਂ ਜਿਹੜੇ ਬੈਠੇ ਨੇ ਸੀ ਜੀ, ਸਾਡੇ 'ਚ ਕੀ ਸਮਰੱਥਾ ਹੈਗੀ ਕਿ ਨਹੀਂ ਹੈਗੀ, ਹੁਣ ਅਗਲੀ ਗੱਲ ਬਣਦੀ ਹੈ। ਕਿਸੇ 'ਚ ਸਮਰੱਥਾ ਹੁੰਦੀ ਹੈ, ਥੋੜ੍ਹੀ ਬਹੁਤੀ ਸਮਰੱਥਾ ਦਾ ਹੀ ਇੱਕ ਪੈਮਾਨਾ ਵੱਡਾ ਉੱਪਰ ਨੀਚੇ ਹੈ, ਬਈ ਜ਼ਰੂਰਤ ਵੀ ਹੈ, ਚਿੱਤ ਵੀ ਹੈ, ਪਰ ਖਰੀਦਣ ਦੀ ਸਮਰੱਥਾ ਥੋੜ੍ਹੀ ਬਹੁਤੀ ਹੈ। ਕਿਸੇ ਕੋ ਵਸਤੂ 100 ਰੁਪਏ ਦੀ ਹੈ, ਜੇਬ 'ਚ 10 ਰੁਪਏ ਦੇਖ ਕੇ ਮੁੜ ਜਾਏਗਾ ਭਾਈ। ਜਦੋਂ ਤੱਕ 100 ਰੁਪਇਆ ਇਕੱਠਾ ਕਰੇਗਾ ਤਦ ਤੱਕ ਵਸਤੂ 400 ਦੀ ਹੋ ਗਈ ਹੋਣੀ ਆ, ਉਹ ਫਿਰ ਉਹ ਤੋਂ ਪਾਰ ਹੀ ਰਹਿ ਜਾਂਦੀ ਹੈ।
ਇਸੇ ਤਰ੍ਹਾਂ ਚਿੱਤ ਵਿੱਚ ਹੋਵੇ ਪਰ ਫਿਰ ਯਤਨ ਤੇ ਆਰੰਭ ਹੋ ਜਾਂਦਾ ਹੈ। ਪਰ ਸਿਆਣੇ ਮੰਨਦੇ ਨੇ ਕਿ ਜੇ ਚਿੱਤ ਵਿੱਚ ਗੱਲ ਆ ਜਾਏ ਤਾਂ ਵਿਅਕਤੀ ਅੱਜ ਨਹੀਂ ਤੇ ਕੱਲ੍ਹ ਉਸ ਮੁਕਾਮ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਪਹੁੰਚਣਾ ਹੁੰਦਾ ਹੈ। ਅਸੀਂ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ, ਫਿਰ ਰਹੇ ਹਾਂ। ਗੁਰਦੇਵ ਕਿਰਪਾ ਕਰ ਨਾਮ ਪ੍ਰਾਪਤ ਕਰੀਏ, ਨਾਮ ਨੂੰ ਲਈਏ। ਨਾਮ ਲਿਆ ਜਾਂਦਾ ਹੈ, ਨਾਮ ਜਪਿਆ ਵੀ ਜਾਂਦਾ ਹੈ, ਨਾਮ ਸੁਣਿਆ ਵੀ ਜਾਂਦਾ ਹੈ, ਨਾਮ ਦੇ ਨਾਲ ਜੀਵਿਆ ਵੀ ਜਾਂਦਾ ਹੈ। ਔਰ ਮਨਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ। ਲੋਕ ਮਨਮੁਖਤਾ ਦੇ ਕਰਮ ਕਰਦੇ ਨੇ, ਮਨ ਮਰਜ਼ੀ ਨਾਲ ਕਰਦੇ ਨੇ। ਮਨ ਮਰਜ਼ੀ ਨਾਲ ਕਰਨਾ, ਬਹੁਤ ਸਾਰੇ ਕਰਮ ਸਾਡੇ ਮਨ ਮਰਜ਼ੀ ਦੇ ਹੁੰਦੇ ਨੇ, ਉਹੀ ਕਰਮ ਮਨਮੁਖਤਾ ਦੇ ਨੇ। ਉਹ ਹਰ ਕਰਮ ਜਿਹੜਾ ਮਨ ਦੀ ਖੁਸ਼ੀ ਵਾਸਤੇ ਕੀਤਾ ਜਾ ਰਿਹਾ ਹੈ ਜਾਂ ਕਿਸੇ ਆਲੇ ਦੁਆਲੇ ਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾ ਰਿਹਾ ਹੈ, ਉਹਦੇ ਨਾਲ ਹਉਮੈ ਦਾ ਗੁਬਾਰ ਹੀ ਵੱਧਦਾ ਹੈ। ਹਉਮੈ ਹੋਰ ਗਹਿਰੀ ਹੋ ਜਾਂਦੀ ਹੈ, ਹੋਰ ਥਿੱਕ ਹੋ ਜਾਂਦੀ ਹੈ, ਹੋਰ ਗੁਬਾਰ ਵੱਧ ਜਾਂਦਾ ਹੈ। ਫਿਰ ਕੀ ਕਰੀਏ? ਚੱਲ ਕੇ ਗੁਰਮੁਖ ਅੰਮ੍ਰਿਤ ਪੀਵਣਾ, ਗੁਰਮੁਖ ਬਣ ਜਾਈਏ। ਹੁਣ ਗੁਰਮੁਖ ਬਣ ਜਾਈਏ ਅਤੇ ਚੇਤਨ ਹੋ ਜਾਈਏ, ਇਹ ਸਾਡਾ ਯਤਨ ਹੈ, ਇਹ ਸਾਡਾ ਉਪਰਾਲਾ ਹੈ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਅਸੀਂ ਗੁਰਮੁਖ ਬਣ ਸਕੀਏ। ਅਤੇ ਜਿਹੜੇ ਗੁਰਮੁਖ ਬਣ ਜਾਂਦੇ ਨੇ ਉਹਨਾਂ ਦੀ ਨਿਸ਼ਾਨੀ ਤੇ ਉਹਨਾਂ ਦੀ ਪ੍ਰਾਪਤੀ ਇਹ ਹੈ ਕਿ ਸਹਿਜੇ ਜਾਗੈ ਸਹਿਜੇ ਸੋਵੈ। ਬਸ ਇਹ ਗੁਰਮੁਖਤਾ ਦੀ ਪਹਿਚਾਣ ਹੈ। ਔਰ ਕੱਪੜੇ ਨਹੀਂ। ਆਪਣੇ ਪਰਿਵਾਰ 'ਚੋਂ ਅਗਰ ਕਿਸੇ ਨੂੰ ਵੇਖਣਾ ਕਿ ਭਾਈ ਅਸੀਂ ਮੰਨ ਲਓ 2 ਜੀ 4 ਜੀ 6 ਜੀ ਇੱਕ ਵੱਡਾ ਪਰਿਵਾਰ ਹੈ, ਸਾਰੇ ਹੀ ਕੁਝ ਹੀ ਲਿਬਾਸ ਪਾਉਂਦੇ ਨੇ, ਕੁਝ ਹੀ ਧਰਮ ਹੈ ਸਾਰਿਆਂ ਦਾ। ਸਾਡੇ 'ਚੋਂ ਗੁਰਮੁਖਤਾ ਦੇ ਨੇੜੇ ਕਿਹੜਾ ਹੈ, ਗੁਰਮੁਖਤਾ ਦੇ ਪਾਂਧੀ ਕਿਹੜਾ ਹੈ, ਜਿਸ ਦੇ ਜੀਵਨ ਦੇ ਵਿੱਚ ਸਹਿਜ ਹੈ, ਸਮਝ ਲੈਣਾ ਉਹ ਗੁਰਮੁਖਤਾ ਦੇ ਰਾਹ ਦੇ ਨੇੜੇ ਹੈ। ਅਤੇ ਜਿਸ ਦੇ ਜੀਵਨ ਵਿੱਚ ਬੇਚੈਨੀਆਂ ਨੇ, ਭਾਵੇਂ ਉਹਦਾ ਬਾਹਰਲਾ ਸਰੂਪ ਕੀ ਹੈ ਅਤੇ ਉਹਦਾ ਅਹੁਦਾ ਕੀ ਹੈ, ਉਹ ਜੋ ਗੁਰਮੁਖਤਾ ਦੇ ਰਾਹ 'ਤੇ ਨਹੀਂ ਗਿਆ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੇ। ਅਤੇ ਦੂਜੇ ਪਾਸੇ ਹੈ ਅੰਤਰ ਚਿੰਤਾ ਨੀਂਦ ਨਾ ਸੋਵੇ। ਇਹ ਬਹੁਤ ਕੁਝ ਹੈ ਜੋ ਸਾਨੂੰ ਸ਼ਬਦ 'ਚੋਂ ਮਿਲਦਾ ਹੈ। ਉਹਦੇ ਵਾਸਤੇ ਸਾਡੇ ਕੋਲ ਕੀ ਚੀਜ਼, ਸਾਧਨ ਕੀ ਹੈ ਸਾਡੇ ਕੋਲ? ਮਹਾਰਾਜ ਨੇ ਅੱਜ ਸਾਨੂੰ ਕੋਈ ਬਹੁਤ ਬਾਰੀਕ ਦੀ ਗੱਲ ਕੀਤੀ, ਭਾਈ ਨਾਮ ਦੀ ਪ੍ਰਾਪਤੀ ਕਿਸ ਤਰ੍ਹਾਂ ਕਰ ਸਕਦੇ ਹਾਂ? ਅਸੀਂ ਤਾਂ ਸਰੀਰ ਦੇ ਵਿੱਚ ਹਾਂ ਅਤੇ ਗਿਆਨੀ ਕਹਿੰਦੇ ਨੇ ਕਿ ਨਾਮ ਦਿਸਦਾ ਨਹੀਂ ਹੈ ਔਰ ਅਸੀਂ ਸਰੀਰ ਹਾਂ। ਅੱਜ ਸਤਿਗੁਰੂ ਨੇ ਸਰੀਰ ਦੀ ਵਿਆਖਿਆ ਕੀਤੀ ਹੈ। ਅੱਜ ਪਾਵਨ ਸਿਰਲੇਖ ਅਸਾਂ ਪੜ੍ਹਿਆ ਘੋੜੀਆਂ, ਰਾਗ ਵਡਹੰਸ ਦਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਪਦੇਸ਼ ਬਾਣੀ ਦਾ ਸਿਰਲੇਖ ਹੈ ਵਡਹੰਸ ਮਹਿਲਾ ਚੌਥਾ, ਘੋੜੀਆਂ। ਅਤੇ ਸਭ ਨੂੰ ਸਾਨੂੰ ਪਤਾ ਹੈ ਕਿ ਸਾਡੇ ਪੰਜਾਬੀ ਹੀ ਨਹੀਂ ਬਲਕਿ ਹਿੰਦੁਸਤਾਨੀ ਕਲਚਰ ਦੇ ਵਿੱਚ ਖਾਸ ਕਰਕੇ ਜੋ ਆ ਨਾਰਥ ਜ਼ੋਨ ਆਪਾਂ ਕਹਿੰਦੇ ਨੇ ਆ ਜਿਹਦੇ ਸਾਡਾ ਸਾਰਾ ਯੂਪੀ ਤੱਕ, ਬਿਹਾਰ ਤੱਕ ਆਉਂਦਾ, ਸਾਰਾ ਬੰਗਾਲ ਤੱਕ ਇਹਦੇ ਵਿੱਚ ਅਸੀਂ ਪ੍ਰਵੇਸ਼ ਕਰ ਜਾਂਦੇ ਹਾਂ। ਵਿਵਾਹ ਦੇ ਸਮੇਂ ਦੇ ਗੀਤਾਂ ਦੇ ਵਿੱਚੋਂ ਸੁਹਾਗ ਅਤੇ ਘੋੜੀਆਂ 2 ਪ੍ਰਸਿੱਧ ਨੇ। ਘਰ ਅਗਰ ਬੇਟੀ ਦਾ ਵਿਆਹ ਹੈ ਅਤੇ ਘਰ ਬੀਬੀਆਂ ਵਿਆਹ ਤੋਂ ਕੁਝ ਦਿਨ ਪਹਿਲਾਂ ਸੁਹਾਗ ਦੇ ਗੀਤ ਗਾਉਂਦੀਆਂ ਨੇ। ਅਗਰ ਬੇਟੇ ਦਾ ਵਿਆਹ ਹੈ ਤਾਂ ਬੈਠ ਕੇ ਘੋੜੀਆਂ ਗਾਉਂਦੀਆਂ ਨੇ। ਦੋਹਾਂ ਗੀਤਾਂ ਦੇ ਵਿੱਚ ਸਿੱਖਿਆ ਹੁੰਦੀ ਹੈ, ਵਡੇਰਿਆਂ ਦੇ ਆਸ਼ੀਰਵਾਦ ਵੀ ਹੁੰਦੇ ਨੇ, ਥੋੜ੍ਹਾ ਬਹੁਤਾ ਮਜ਼ਾਕ ਵੀ ਹੁੰਦਾ ਹੈ, ਪਰ ਉਹ ਮਜ਼ਾਕ ਵੀ ਕਟਾਕਸ਼ ਹੁੰਦਾ ਹੈ। ਉਹਦੇ ਵਿੱਚ ਵੀ ਵਿਅੰਗਾਤਮਕ ਸਿੱਖਿਆ ਹੁੰਦੀ ਹੈ, ਸਮਝ ਦਿੱਤੀ, ਆਪਣਾ ਤਜਰਬਾ ਪੇਸ਼ ਹੁੰਦਾ ਹੈ। ਕਿਉਂਕਿ ਹੁਣ ਇਹ ਘੋੜੀਆਂ ਗੁਰੂ ਨਾਨਕ ਸਾਹਿਬ ਦੇ ਘਰ ਗਾਈਆਂ ਜਾਣ। ਅਸੀਂ ਇੱਦਾਂ ਕਹਿੰਦੇ ਨੇ, ਦੇਖੋ ਜੀ ਗੁਰਮੁਖ ਪਰਿਵਾਰਾਂ 'ਚ ਉਹ ਘੋੜੀਆਂ ਨਾ ਗਾਓ ਅਤੇ ਆਹ ਗਾਓ, ਚੰਗੀ ਗੱਲ ਹੈ। ਅਤੇ ਵਿਆਹ ਦੇ ਸਮੇਂ 'ਤੇ ਜੋ ਸਮਾਜਿਕ ਟੱਪੇ ਨੇ ਘੋੜੀਆਂ ਦੇ ਨਾਂ 'ਤੇ, ਉਹ ਨਾ ਗਾਇਆ ਕਰੋ ਅਤੇ ਆਹ ਘੋੜੀਆਂ ਗਾਇਆ ਕਰੋ, ਚੰਗਾ ਲੱਗਦਾ ਹੈ। ਦਰਅਸਲ ਇਹ ਘੋੜੀਆਂ ਮਹਾਰਾਜ ਨੇ ਉਸ ਰੂਪਕ ਨੂੰ ਲਾ ਇੱਥੇ ਬੈਠ ਕੇ ਸਮਝ ਸਕੀਏ, ਇੱਥੇ ਬੈਠ ਕੇ ਗਾ ਸਕੀਏ, ਘੋੜੀਆਂ ਦੀ ਫਿਲਾਸਫੀ ਨੂੰ ਸਮਝ ਸਕੀਏ। ਮਹਾਰਾਜ ਨੇ ਕੇਵਲ ਇਹਨੂੰ ਨੱਚਣ ਗਾਉਣ ਵਾਸਤੇ ਨਹੀਂ ਵਰਤਿਆ, ਇੱਕ ਜੀਵਨ ਦਾ ਇੱਕ ਫਲਸਫਾ ਵਰਤਿਆ। ਮਹਾਰਾਜ ਨੇ ਅੱਜ ਸਰੀਰ ਨੂੰ ਇੱਕ ਘੋੜੀ ਦੀ ਨਿਆਈ
ਰੂਪਕ ਰੱਖ ਕੇ ਉਪਦੇਸ਼ ਦਿੱਤਾ ਹੈ। ਜਿਵੇਂ ਯਾਤਰਾ ਕਰਨ ਵਾਸਤੇ ਅਕਸਰ ਆਪਾਂ ਕਹਿੰਦੇ ਸੁਣਦੇ ਰਹਿੰਦੇ ਹਾਂ ਵੀ ਸਾਨੂੰ ਯਾਤਰਾ ਕਰਨ ਵਾਸਤੇ ਕਿਸੇ ਵਾਹਨ ਦੀ ਜ਼ਰੂਰਤ ਹੈ, ਅਤੇ ਸਮਝ ਲੈਣਾ ਚਾਹੀਦਾ ਕਿ ਉਸ ਵਾਹਨ ਦੀ ਕੀਮਤ ਬਾਜ਼ਾਰ ਦੇ ਰੁਪਇਆਂ ਕਰਕੇ ਨਹੀਂ, ਜੋ ਅਸੀਂ ਕੀਮਤ ਕਹਿੰਦੇ ਆ ਉਹਨੂੰ ਸ਼ਾਇਦ ਅੰਗਰੇਜ਼ੀ ਵਾਲੇ ਵੈਲਿਊ ਕਹਿੰਦੇ ਨੇ। ਜਿਸ ਨੂੰ ਅਸੀਂ ਕੀਮਤ ਕਹਿ ਬੈਠਦੇ ਹਾਂ ਉਹ ਤਾਂ ਹੋਰ ਹੋ ਜਾਂਦੀ, ਰੁਪਇਆਂ 'ਚ ਗਿਣੀ ਜਾ ਸਕਦੀ ਹੈ। ਹੁਣ ਜਿਤਨੇ ਵੀ ਜੀ ਆਪ ਜੀ ਆਪਣੇ ਆਪਣੇ ਵਾਹਨਾਂ 'ਤੇ ਆਏ, ਆਪਾਂ ਕੋਈ ਕਾਰ 'ਤੇ ਆਇਆ ਤਾਂ ਕੋਈ ਸਕੂਟਰ 'ਤੇ ਆਏ, ਹੁਣ ਉਹ ਕਿੱਥੋਂ ਤੱਕ ਪਹੁੰਚਾ, ਉਹਦੀ ਵੈਲਿਊ ਕਿੱਥੋਂ ਤੱਕ ਹੈ? ਪਾਰਕਿੰਗ ਤੱਕ ਹੈ ਬਸ। ਭਾਵੇਂ ਕੋਈ ਹਲਕੇ ਸਾਈਕਲ 'ਤੇ ਆਇਆ ਅਤੇ ਭਾਵੇਂ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਲੈ ਕੇ ਕੋਈ ਆਇਆ ਹੋਵੇ, ਉਸ ਦੀ ਕੀਮਤ ਪਾਰਕਿੰਗ 'ਚ ਆ ਕੇ ਇੱਕ ਬਰਾਬਰ ਹੋ ਜਾਂਦੀ ਹੈ। ਭਾਵੇਂ ਕਿਸੇ ਦੀ ਸਭ ਤੋਂ ਸਸਤੀ ਕਾਰ ਹੈ ਅਤੇ ਭਾਵੇਂ ਕਿਸੇ ਦੀ ਸਭ ਤੋਂ ਮਹਿੰਗੀ ਕਾਰ ਹੈ, ਪਾਰਕਿੰਗ ਵਿੱਚ ਪਹੁੰਚ ਕੇ ਦੋਨਾਂ ਦੀ ਕੀਮਤ ਇੱਕ ਬਰਾਬਰ ਹੈ। ਦੋਨਾਂ ਨੇ ਕੋਈ ਕੰਮ ਕੀਤਾ, ਬੈਠਣ ਵਾਲੇ ਵਿਅਕਤੀ ਨੂੰ ਘਰ ਤੋਂ ਲਿਆਂਦਾ ਅਤੇ ਪਾਰਕਿੰਗ ਤੱਕ ਪਹੁੰਚਾ ਦਿੱਤਾ ਹੈ ਬਸ। ਹੁਣ ਪਾਰਕਿੰਗ ਤੋਂ ਅੱਗੇ ਤਾਂ ਅਸਾਂ ਤੁਸਾਂ ਜਾਣਾ, ਉੱਥੇ ਵਾਹਨ ਨਹੀਂ ਜਾਏਗਾ, ਪਰ ਫਿਰ ਵੀ ਆਪਣੇ ਵਾਹਨ ਨੂੰ, ਆਪਣੀ ਕਾਰ ਨੂੰ, ਆਪਣੇ ਸਕੂਟਰ ਨੂੰ ਸਵਾਰਨਾ ਚਾਹੀਦਾ ਹੈ ਨਾ, ਤਾਂ ਕਿ ਯਾਤਰਾ ਤਾਂ ਉਹਦੇ ਨਾਲ ਹੀ ਹੋਣੀ ਹੈ। ਅਤੇ ਜੇ ਭਾਈ ਅਸੀਂ ਸਕੂਟਰ ਦਾ ਤੇਲ ਪਾਣੀ ਆਦਿਕ ਚੈੱਕ ਹੀ ਨਹੀਂ ਕਰਦੇ ਅਤੇ ਕਦੋਂ ਜਾਣਾ ਪਵੇਗਾ ਤਾਂ ਫਿਰ ਔਖੇ ਹੋਵਾਂਗੇ। ਇਸੇ ਤਰ੍ਹਾਂ ਸਮਝ ਸਕੀ ਅੱਜ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਸੰਭਾਲੀਏ, ਕੀ ਕੁਝ ਕਰਨਾ ਹੈ, ਮਹਾਰਾਜ ਨੇ ਕਿਸ ਰੂਪਕ ਦੇ ਵਿੱਚ ਨੂੰ ਵਰਤਿਆ ਹੈ। ਅੱਜ ਮਹਾਰਾਜ ਨੇ ਗੱਲਾਂ ਕੀਤੀਆਂ, ਦੇਹ ਤੇਜਨੜੀ ਜੀ, ਦੇਹ ਤੇਜਨੜੀ ਰਾਮ ਉਪਾਈਆ ਰਾਮ। ਦੇਹ ਤੇਜਣ ਹੈ, ਤੇਜਣ ਕਹਿੰਦੇ ਨੇ ਘੋੜੀ ਨੂੰ, ਦੇਹ ਤੋਂ ਭਾਵ ਸਰੀਰ ਹੈ। ਦੇਹ ਤੇਜਣ ਜੀ ਰਾਮ ਉਪਾਈਆ। ਸਰੀਰ ਰੂਪੀ ਘੋੜੀ ਸਾਨੂੰ ਰਾਮ ਨੇ, ਵਾਹਿਗੁਰੂ ਜੀ ਨੇ ਬਣਾ ਕੇ ਦਿੱਤੀ ਹੈ। ਜਿਵੇਂ ਅਸੀਂ ਆਪਣੇ ਬੱਚੇ ਨੂੰ ਅੱਜ ਅਸੀਂ ਕਹਿੰਦੇ ਵੀ ਬੇਟਾ ਤੁਸੀਂ ਕਾਲਜ ਜਾਣਾ, ਸਕੂਟਰ ਲੈ ਲਓ। ਅਸੀਂ ਇੱਕ ਆਮ ਤੌਰ ਆਪਣੇ ਬੱਚੇ ਨੂੰ ਲੈ ਕੇ ਦੇਣੇ, ਅਤੇ ਬੱਚੇ ਕਹਿੰਦੇ ਸਾਡੇ ਵੀ ਪੇਰੈਂਟਸ ਨੇ, ਮੰਮੀ ਨੇ, ਪਾਪਾ ਨੇ ਸਾਨੂੰ ਸਕੂਟਰ ਲੈ ਦਿੱਤਾ ਹੈ, ਬਾਈਕ ਲੈ ਦਿੱਤੀ ਹੈ। ਸਾਨੂੰ ਵੀ ਸਾਡੇ ਗੁਰੂ ਕਰਤਾ ਵਾਹਿਗੁਰੂ ਜੀ ਨੇ ਮਾਤਲੋਕ ਦੇ ਸਕੂਲ ਵਿੱਚ ਆਉਣ ਵਾਸਤੇ, ਸੰਸਾਰ ਦੀ ਯਾਤਰਾ ਕਰਨ ਵਾਸਤੇ ਸਰੀਰ ਰੂਪੀ ਵਾਹਨ ਲੈ ਦਿੱਤਾ ਹੈ। ਹੁਣ ਉਦੋਂ ਘੋੜੀ ਬਹੁਤ ਵੱਡੀ ਚੀਜ਼ ਹੁੰਦੀ ਸੀ, ਕਿਉਂਕਿ ਸਕੂਟਰ ਸਾਈਕਲ 'ਤੇ ਹੈ ਹੀ ਨਹੀਂ ਸੀ। ਯਾਦ ਰੱਖਣਾ, ਉਦੋਂ ਘੋੜੀ ਤੇਜ਼ ਤਰਾਰਤਾ ਦਾ, ਇੱਕ ਸ਼ਾਨੋ ਸ਼ੌਕਤ ਦਾ ਅਤੇ ਇੱਕ ਅਮੀਰੀ ਦਾ ਨਿਸ਼ਾਨੀ ਹੁੰਦੀ ਸੀ, ਸਟੇਟਸ ਸਿੰਬਲ ਵੀ ਸੀ। ਇਸ ਜਿਵੇਂ ਅੱਜ ਬੱਚੇ ਆਪਣੇ ਬਾਈਕ ਨੂੰ ਸਵਾਰਦੇ ਨੇ, ਬਸ ਉਸੇ ਤਰ੍ਹਾਂ ਸੀ। ਜਿੱਥੇ ਅੱਜ ਸਾਡੇ ਕੋਲ ਕਾਰਾਂ ਨੇ, ਇੱਥੇ ਉਦੋਂ ਰੱਥ ਹੁੰਦੇ ਸੀ। ਜਿੱਥੇ ਬਾਈਕਸ ਨੇ, ਇੱਥੇ ਘੋੜੀਆਂ ਹੁੰਦੀਆਂ ਸੀ। ਜਿੱਥੇ ਸਾਡੇ ਕੋਲ ਅੱਜ ਕਾਰਾਂ ਨੇ, ਉਹ ਲੋਕਾਂ ਨੂੰ ਉਦੋਂ ਇਹਨਾਂ ਇੱਥੇ ਰੱਥ ਹੁੰਦੇ ਸਨ। ਜਿਵੇਂ ਅਸੀਂ ਕਹਿੰਦੇ ਦੀ ਫਲਾਣੇ ਦੀ ਕਾਰ ਬੜੀ ਮਹਿੰਗੀ, ਬੜੀ ਵੱਡੀ, ਭਾਈ ਮੇਰੇ ਕੋਲ ਛੋਟੀ ਜਿਹੀ ਕਾਰ ਹੈ। ਉੱਦਾਂ ਹੀ ਕਿਸੇ ਕੋਲ ਛੋਟਾ ਜਿਹਾ ਗੱਡਾ, ਗੱਡੇ ਦਾ ਵੀ ਇੱਕ ਛੋਟਾ ਰੂਪ ਹੁਣ ਤਾਂ ਪੰਜਾਬ 'ਚ ਬਹੁਤ ਪਹਿਲਾਂ ਮਿਟ ਗਿਆ ਸੀ। ਮੈਂ ਯੂਪੀ ਅਤੇ ਬਿਹਾਰ 'ਚ ਦੇਖਿਆ, ਉਹਨੂੰ ਲਹਿੜੂ ਕਹਿੰਦੇ ਹੁੰਦੇ ਸੀ। ਵੈੜ ਕੇ ਨਿੱਕੇ ਨਿੱਕੇ ਜੁੱਤੇ ਹੋਣੇ, ਬਸ ਉਹਦੇ ਵਿੱਚ ਵੱਧ ਤੋਂ ਵੱਧ 4 ਬੰਦੇ ਬਹਿ ਸਕਦੇ ਸੀ। ਗੱਡੇ ਦਾ ਇੰਨਾ ਛੋਟਾ ਰੂਪ ਕਿ ਉਹਦੇ ਵਿੱਚ ਵੱਧ ਤੋਂ ਵੱਧ 4 ਬੰਦੇ ਬਹਿ ਜਾਣੇ, ਬਸ ਇੱਕ ਪਰਿਵਾਰ ਜੋਗਾ ਗੁਜ਼ਾਰਾ, ਇੰਨਾ ਹੀ ਗੱਡਾ ਹੋਣਾ। ਤੇ ਗੱਡਾ ਹੀ ਸੀ ਨਾ, ਸਫ਼ਰ ਕਰਨ ਵਾਸਤੇ ਲੋਕਾਂ ਨੇ, ਮੈਂ ਦੇਖਿਆ ਲੋਕਾਂ ਨੂੰ ਉਸ ਵਕਤ ਅੱਜ ਤੋਂ ਤੱਕ ਲਗਭਗ 40 ਕੁ ਸਾਲ ਦੀ, ਅਤੇ ਮੈਨੂੰ ਵੀ ਹੋਸ਼ ਹੈ, ਉਦੋਂ ਲੋਕਾਂ ਉਹ ਸ਼ਿੰਗਾਰੇ ਹੁੰਦੇ ਸੀ ਉਸ ਪਾਸੇ। ਕਿਤੇ ਸਟੇਸ਼ਨ ਤੋਂ ਕਿਸੇ ਲੈਣ ਨੂੰ ਜਾਣ ਤੋਂ ਪਹਿਲਾਂ ਉਹ ਛੋਟਾ ਜਿਹਨੂੰ ਲਹਿੜੂ ਕਹਿੰਦੇ ਸੀ, ਉੱਥੇ ਪਹੁੰਚਾ। ਜਿਵੇਂ ਅੱਜ ਕਹਿੰਦੇ ਵੀ ਡਰਾਈਵਰ ਪਹੁੰਚਾ, ਗੱਡੀ ਪਹੁੰਚੀ, ਉਹ ਗਾਡੀਵਾਨ ਨੇ ਆਪਣੀ ਗੱਡੀ ਲੈ ਕੇ ਖਲੋਤੇ ਹੋਣਾ। ਬੜੇ ਲੰਬੇ ਸਮੇਂ ਤੱਕ ਲੋਕਾਂ ਨੂੰ ਕੋਲ ਲਹਿੜੂ ਰਹੇ, ਲੋਕਾਂ ਇੱਕੇ ਤਾਂਗੇ ਗੱਡੇ 'ਤੇ ਰੱਥ ਰੱਖੇ। ਅੱਜ ਲੋਕਾਂ ਕੋਲ ਕਾਰਾਂ ਨੇ, ਭਾਈ ਡਰਾਈਵਰ ਭੇਜਦੇ ਉਦੋਂ ਇੱਕਾ ਵਾਹਨ ਭੇਜਦੇ ਸੀ, ਗੱਡੀ ਵਾਹਨ ਭੇਜ ਦਿੰਦੇ ਸੀ। ਖੈਰ ਇਹ ਤਾਂ ਗੱਲਾਂ ਸਮਾਜਿਕ ਸਮਝ ਲਈਏ ਕਿ ਜਿਵੇਂ ਇਸ ਵਾਹਨ ਬਦਲਦੇ ਆ ਰਹੇ ਨੇ, ਵਾਹਨਾਂ ਦੀ ਕੀਮਤ ਬਦਲੀ, ਵਾਹੀਕਲਸ ਬਦਲ ਰਹੇ ਨੇ, ਸਾਡਾ ਸਰੀਰ ਦੀ ਕੀਮਤ ਵੀ ਉਸੇ ਤਰ੍ਹਾਂ ਹੀ ਹੈ। ਗੁਰੂ ਪਾਤਸ਼ਾਹ ਸਾਹਿਬ ਜੀ ਨੇ ਇਸ ਰੂਪਕ ਦੇ ਵਿੱਚ ਅੱਜ ਸਾਡੇ ਸਰੀਰ ਨੂੰ ਉਲੀਕਿਆ ਵੀ ਉਹਦੀ ਕੀਮਤ ਕੀ ਹੈ। ਸਵਾਰੀ ਨੂੰ ਲੈ ਕੇ ਆਉਣਾ ਹੈ, ਲੈ ਕੇ ਛੱਡ ਕੇ ਆਉਣਾ ਹੈ। ਉਹਦਾ ਇੰਨਾ ਕੰਮ ਹੈ ਨਾ। ਸਰੀਰ ਦਾ ਕੀ ਕੰਮ ਹੈ? ਜੀਵਾਤਮਾ ਨੂੰ ਇੱਕ ਥਾਂ ਤੋਂ ਇਹਨੇ ਲਿਆ ਹੈ
ਦੂਜੇ ਥਾਂ ਤੇ ਨੇ ਛੱਡਣਾ ਹੈ। ਜਨਮ ਦੇ ਵਕਤ ਇਸ ਨੇ ਜੀਵਾਤਮਾ ਨੇ ਇਸ ਨੂੰ ਸਰੀਰ ਨੂੰ ਪ੍ਰਾਪਤ ਕੀਤਾ, ਇਸ ਵਾਹਨ ਨੂੰ ਪ੍ਰਾਪਤ ਕੀਤਾ ਤੇ ਮ੍ਰਿਤੂ ਦੇ ਮੁਕਾਮ ਤੱਕ ਲੈ ਕੇ ਜਾਣਾ ਹੈ। ਇੰਨਾ ਸਮਾਂ ਸਰੀਰ ਨੂੰ ਮਿਲਿਆ। ਇਹਦੇ ਦਰਮਿਆਨ ਜੀ ਮੰਜ਼ਲ ਪ੍ਰਮਾਤਮਾ ਹੈ। ਪਾਠ ਕਰਦੇ ਆਪਣੇ ਆਪਣਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਵਾਰੀ ਮਿਲੀ ਹੈ, ਇੱਕ ਵਾਹਨ ਮਿਲਿਆ, ਇੱਕ ਵਾਰੀ ਵਰਤਣ ਲਈ ਮਿਲਿਆ ਹੈ। ਗੋਬਿੰਦ ਨੂੰ ਮਿਲਣ ਵਾਸਤੇ ਹੈ ਤੇ ਜਾਣਾ ਕਿਹਨੇ ਆ? ਜਾਣ ਵਾਲਾ ਮੈਂ, ਅਸੀਂ ਵਿੱਚ ਬੈਠੇ ਆ। ਇਸ ਸਰੀਰ ਨੂੰ ਵਰਤਣ ਵਾਲੇ ਅਸੀਂ ਹਾਂ। ਬਸ ਇੰਨਾ ਕੁ ਸਮਝ ਲਈਏ ਕਿ ਅਸੀਂ ਸਰੀਰ ਨਹੀਂ ਹਾਂ, ਸਰੀਰ ਸਾਨੂੰ ਮਿਲਿਆ ਹੋਇਆ। ਅਸੀਂ ਸਰੀਰ ਦੀ ਵਰਤੋਂ ਕਰਦੇ ਪਏ ਆ। ਉਹ ਵੱਖਰੀਆਂ ਫਿਰ ਗਾਂ ਵਿਆਖਿਆਵਾਂ ਕਰਦੇ ਰਹੀਏ ਵੀ ਸਰੀਰ ਦੀਆਂ 10 ਇੰਦਰੀਆਂ, ਹੱਥ ਪੈਰ ਆਦਿਕ ਨੇ। ਇੱਕ ਜਿਵੇਂ ਉਹਨਾਂ ਦੇ ਅਲੱਗ-ਅਲੱਗ ਕਲ ਪੁਰਜੇ ਨੇ ਭਾਈ, ਇੱਦਾਂ ਸਰੀਰ ਦੇ ਅਲੱਗ-ਅਲੱਗ ਟੁਕੜੇ ਨੇ, ਅਲੱਗ-ਅਲੱਗ ਵਾਹਨ ਦੇ ਪੱਖ ਨੇ। ਸਰੀਰ ਸਾਨੂੰ ਇੱਕ ਘੋੜੀ ਦੀ ਨੇ ਮਿਲਿਆ, ਪਰਮਾਤਮਾ ਨੇ ਸਾਨੂੰ ਦਿੱਤਾ। ਵੀ ਕਿੱਦਾਂ ਮਿਲਿਆ? ਕੀ ਪੈਸੇ ਖਰਚ ਕੀਤੇ ਜੇ? ਆ ਬਾਜ਼ਾਰ ਦਾ ਵਾਹਨ ਖਰੀਦਾ ਤੇ ਪੈਸੇ ਦੇਈਦੇ ਨਾ। ਸਰੀਰ ਪ੍ਰਾਪਤ ਕਰਨ ਵਾਸਤੇ ਪੁੰਨ ਖਰਚ ਹੁੰਦੇ ਨੇ। ਮਤ ਖਿਆਲ ਕਰਨਾ ਕਿ ਸੁੰਦਰ ਸਰੀਰ ਐਵੇਂ ਮਿਲ ਗਿਆ, ਪਿਛਲੇ ਜਨਮਾਂ ਦੇ ਪੁੰਨ ਖਰਚ ਹੋਏ ਨੇ। ਮਾਨਸ ਜਨਮ ਪੁੰਨ ਪਾਈਆ। ਪੁੰਨਾਂ ਦੇ ਸਦਕੇ ਮਨੁੱਖਾ ਜਨਮ ਮਿਲਦਾ ਹੈ ਤੇ ਜਿਨ੍ਹਾਂ ਦੇ ਖਾਤੇ ਵਿੱਚ ਪੁੰਨ ਨਹੀਂ ਹੁੰਦੇ ਫਿਰ ਉਹਨਾਂ ਨੂੰ ਮਨੁੱਖਾ ਜਨਮ ਨਹੀਂ ਮਿਲਦਾ। ਸਰੀਰ ਤੇ ਮਿਲਦਾ ਉਹਨਾਂ ਨੂੰ ਵੀ, ਪਰ ਉਹਨਾਂ ਨੂੰ ਆਹ ਸੁੰਦਰ ਮਨੁੱਖ ਸਰੀਰ ਨਹੀਂ ਮਿਲਦਾ। ਫਿਰ ਉਹਨਾਂ ਨੂੰ ਕਿਹੜਾ ਸਰੀਰ ਮਿਲਦਾ ਜੀ? ਮੈਂ ਨਹੀਂ ਕਹਿ ਸਕਦਾ, ਮੇਰਾ ਮਹਾਰਾਜ ਨੇ ਤੇ ਕਿਹਾ। ਇਸ ਕਰਕੇ ਆਪਾਂ ਪੜ੍ਹ ਸਕਦੇ ਹਾਂ, ਹਰ ਬਿਨ ਜੇ ਵਾਹਿਗੁਰੂ ਦਾ ਨਾਮ ਨਹੀਂ ਪੱਲੇ, ਪੁੰਨ ਪੱਲੇ ਨਹੀਂ ਤੇ ਕੀ? ਹਰ ਬਿਨ ਬੈਲ ਬਿਰਾਨੇ ਹੋਈ ਹੈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਬਿਰਾਨੇ ਬੈਲ। ਬਿਰਾਨੇ ਦਾ ਭਾਵ ਜੀ ਦੀ ਕੋਈ ਬਹੁਤੀ ਵੱਡੀ ਕੀਮਤ ਨਹੀਂ, ਫਿਰ ਬੈਲ ਬਣੀਦਾ। ਇੱਕ ਵਚਨ ਆਪਣੇ ਹੋਰ ਪੜ੍ਹਿਆ ਹੋਣਾ, ਥੋੜ੍ਹਾ ਜਿਹਾ ਭਾਰਾ ਹੈ, ਇਸ ਕਰਕੇ ਲੋਕ ਵਿਆਖਿਆਵਾਂ ਤੋਂ ਡਰਦੇ ਨੇ ਉਹਦੀਆਂ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ। ਪੜ੍ਹਦੇ ਨਾ, ਸਰਪ ਜੋਨ ਬਲ ਬਲ ਅਵਤਰ ਹੈ। ਕੁਝ ਪੂਰਾ ਵਿਆਖਿਆ ਕੀਤੀ, ਕਿਤੇ ਸਮਾਂ ਲੱਗੇ ਆਪਣੇ ਪੜ੍ਹ ਲੈਣਾ। ਜੋ ਪੁੰਨ ਜਾਂ ਪਾਪ ਜੋ ਕੁਝ ਵੀ ਕਿਸੇ ਨੇ ਇਕੱਠਾ ਕੀਤਾ ਹੈ, ਉਹਦੇ ਮੁਤਾਬਕ ਹੀ ਉਸ ਨੂੰ ਅਗਲਾ ਸਰੀਰ ਮਿਲ ਜਾਏਗਾ। ਇਹ ਗੱਲ ਮਿਲਾਸ ਵਿੱਚ ਇਹਨੇ ਕਹਿ ਸਕੀਏ। ਜੋ ਕੁਝ ਵੀ ਅਸੀਂ ਜੀਵਨ ਭਰ ਵੈਲਿਊ ਇਕੱਠੀ ਕੀਤੀ ਹੈ, ਅਸੀਂ ਉਹਦੇ ਮੁਤਾਬਕ ਹੀ ਅਗਲੇ ਸਰੀਰ ਦੀ ਪ੍ਰਾਪਤੀ ਦੇ ਹੱਕਦਾਰ ਹਾਂ। ਜਿਵੇਂ ਬਾਜ਼ਾਰ 'ਚ ਅਸੀਂ ਜਿਤਨੇ ਕੁ ਪੈਸੇ ਇਕੱਠੇ ਕੀਤੇ ਹੁੰਦੇ ਨੇ, ਅਸੀਂ ਬਾਜ਼ਾਰ 'ਚੋਂ ਉਤਨਾ ਕੁ ਮਹਿੰਗਾ ਸਸਤਾ ਨਵਾਂ ਪੁਰਾਣਾ ਵਾਹੀਕਲ ਖਰੀਦ ਸਕਦੇ ਹਾਂ। ਇਸੇ ਤਰ੍ਹਾਂ ਕਈਆਂ ਨੂੰ ਮਿਲਦਾ ਤੇ ਹੈ ਸਰੀਰ, ਪਰ ਕੋਈ ਕਰਮ ਨਹੀਂ ਕਰ ਸਕਦਾ। ਆ ਵੇਖਿਆ ਹੋਣਾ, ਅਸੀਂ ਕਈ ਵਾਰ ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ। ਠੀਕ ਹੈ, ਵਿਗਿਆਨੀ ਅਤੇ ਡਾਕਟਰ ਉਸ ਨੂੰ ਆਪਣੇ ਤਰੀਕੇ ਨਾਲ ਦੇਖਦੇ ਨੇ, ਉਹਨਾਂ ਦਾ ਆਪਣਾ ਨਜ਼ਰੀਆ ਬਿਲਕੁਲ ਦੁਰਸਤ ਹੈ, ਕਿਉਂਕਿ ਉਹ ਆਕਾਰ ਦੀ ਵਿਆਖਿਆਵਾਂ ਤੱਕ ਸੀਮਿਤ ਨੇ। ਪਰ ਅਸੀਂ ਉਹ ਤੋਂ ਅੱਗੇ ਹਾਂ। ਕਈ ਬੱਚਿਆਂ ਨੂੰ ਖਿਮਾ ਕਰਨਾ ਜਨਮ ਮਿਲਦਾ ਹੈ, ਸਰੀਰ ਸਮਰੱਥ ਨਹੀਂ ਹੈ, ਸਾਰੀ ਉਮਰ ਮਾਪੇ ਚੁੱਕੀ ਫਿਰਦੇ ਨੇ। ਆ ਵੇਖਿਆ ਨਾ, ਘਰਾਂ ਪਰਿਵਾਰਾਂ 'ਚ ਕਈ ਬੱਚੇ ਨੇ, ਜਨਮ ਹੈ, ਮਾਤਾ ਪਿਤਾ ਨੇ, ਘਰ ਵੀ ਅਮੀਰੀ ਹੈ, ਸਭ ਕੁਛ ਹੈਗਾ, ਕਮੀ ਕੋਈ ਨਹੀਂ, ਪਰ ਇੱਕ ਕਮੀ ਹੈ, ਸਰੀਰ 'ਚ ਜਾਨ ਹੀ ਹੈ ਨਹੀਂ। ਹੁਣ ਸਾਰੀ ਉਮਰ ਜਿੰਨਾ ਚਿਰ ਮਾਤਾ ਪਿਤਾ ਵਿਚਾਰੇ ਨੇ ਉਹ ਧੋਈ ਫਿਰਦੇ ਨੇ, ਵੀਲ ਚੇਅਰ 'ਤੇ ਚੁੱਕੀ ਫਿਰਦੇ ਨੇ। ਹੁਣ ਤਾਂ ਸ਼ੁਕਰ ਹੈ ਸਾਡੇ ਕੋਲ ਵੀਲ ਚੇਅਰਸ ਅਤੇ ਦੁਨੀਆ ਭਰ ਦੇ ਸਾਜੋ ਸਮਾਨ ਸਾਧਨ ਆ ਗਏ ਨੇ। ਜਦੋਂ ਇਹ ਵੀਲ ਚੇਅਰ ਸਾਜੋ ਸਮਾਨ ਸਾਧਨ ਹੀ, ਉਦੋਂ ਦੇ ਕਿਸੇ ਬਜ਼ੁਰਗਾਂ ਨੂੰ ਪੁੱਛੀਏ ਵੀ ਜਵਾਨ ਧੀ ਪੁੱਤਰ ਨੂੰ ਲੈ ਕੇ ਕਿਵੇਂ ਵਿਚਾਰੇ ਚੱਲਦੇ ਸੀ। ਮੈਂ ਵੇਖਿਆ ਮੰਜੇ 'ਤੇ ਪਏ, ਫਿਰ ਸਾਰਾ ਦਿਨ ਰਾਤ ਮੰਜੇ 'ਤੇ ਗੁਜ਼ਰ ਜਾਣਾ ਬੜਾ ਔਖਾ ਹੁੰਦਾ ਸੀ। ਅਤੇ ਜੇ ਕਿਤੇ ਅਫੋਰਡੇਬਲ ਨਾ ਹੋਵੇ, ਨੌਕਰ ਵੀ ਕੋਈ ਰੱਖ ਨਹੀਂ ਸਕਦੇ, ਅਤੇ ਮਾਂ ਵਾਸਤੇ ਜਵਾਨ ਬੱਚੇ ਨੂੰ ਉਠਾ ਕੇ ਥਲਣਾ ਚੁੱਕਣਾ ਬਿਠਾਉਣਾ ਇੱਕ ਵੱਡਾ ਸੰਤਾਪ ਭੋਗਣਾ ਹੁੰਦਾ ਸੀ। ਹੁਣ ਪੁੱਛੀ ਉਸ ਨੂੰ ਕਿਉਂ ਨਹੀਂ ਮਿਲਿਆ? ਉਹਦੇ ਭੈਣ ਭਰਾ ਬਾਕੀ ਠੀਕ ਠਾਕ ਨੇ, ਉਹਨੂੰ ਕਿਉਂ ਨਹੀਂ ਮਿਲਿਆ? ਵੀ ਕੀ ਕਰੀਏ? ਫਿਰ ਕਰਮਾਂ ਦੀ ਗੱਲ ਹੈ ਜੀ, ਕਹਿ ਕੇ ਪਰਾਂ ਚੁੱਪ ਕਰ ਚਾਹੀਦਾ ਸੀ। ਇਹ ਤਾਂ ਕਰਮ ਭਾਗ, ਬਿਲਕੁਲ ਕਰਮ ਭਾਗ ਨਹੀਂ। ਉਹਦੇ ਕਰਮਾਂ ਦੀ ਵੈਲਿਊ ਇਤਨੀ ਕੁ ਸੀ ਕਿ ਮਾਪੇ ਮਿਲਦੇ,
ਕਰਪ ਜਿਹਨੂੰ ਆਪਾਂ ਪੁੰਨ ਕਹਿ ਰਹੇ ਇੱਥੇ, ਉਹਦੇ ਪੁੰਨਾਂ ਦੀ ਕੀਮਤ ਇਤਨੀ ਕੁ ਸੀ ਕਿ ਚੰਗਾ ਪਰਿਵਾਰ ਮਿਲ ਗਏ, ਮਾਪੇ ਮਿਲ ਗਏ ਨੇ, ਜਨਮ ਮਿਲ ਗਏ, ਪਰ ਬਾਕੀ ਕੁਛ ਨਹੀਂ। ਪਾਕਟ ਖਾਲੀ ਹੈ, ਜੇਬ ਖਾਲੀ। ਬਾਜ਼ਾਰ ਵਿੱਚ ਭੇਜ ਦਿੱਤਾ ਹੈ, ਪਰ ਪੱਲੇ ਕੁਛ ਨਹੀਂ ਗਾ। ਤੇ ਕੀ ਕਰੇਗਾ? ਵੇਖ ਕੇ ਸ਼ਕਲਾਂ ਆ ਜਾਏਗਾ। ਦੁਨੀਆ ਤਰ੍ਹਾਂ ਤਰ੍ਹਾਂ ਦੇ ਰੰਗ ਰੋਗਨ ਬਾਜ਼ਾਰ, ਲਾਈਟਾਂ ਜਗਦੀਆਂ ਨੇ, ਸਾਮਾਨ ਟੰਗਿਆ ਪਿਆ, ਦੇਖ ਸਕਦਾ ਹੈ, ਪ੍ਰਾਪਤ ਨਹੀਂ ਕਰ ਸਕਦਾ। ਇਹ ਸਭ ਕੁਝ ਅੱਜ ਸਾਨੂੰ ਸਰੀਰ ਮਿਲਿਆ ਹੈ, ਤੇ ਬਸ ਇੰਝ ਸਮਝੀਏ ਕਿ ਪੁੰਨ ਚੰਗੇ ਸਨ, ਸਾਡੇ ਕਰਮ ਚੰਗੇ ਸਨ ਕਿ ਸਾਨੂੰ ਸਵਸਥ ਸਰੀਰ ਮਿਲਿਆ। ਤੇ ਅੱਜ ਤੱਕ ਤੁਰਿਆ ਫਿਰਦਾ, ਬਸ ਇਹ ਨਹੀਂ ਸਮਝ ਲਈਏ ਕਿ ਜੇ ਅੱਜ ਤੱਕ ਤੁਰੇ ਫਿਰਦੇ ਹਾਂ, ਠੀਕ ਠਾਕ ਹਾਂ, ਤੰਦਰੁਸਤ ਹਾਂ, ਤੇ ਜਿੱਥੇ ਸਾਹਿਬ ਦਾ ਸ਼ੁਕਰਾਨਾ, ਉੱਥੇ ਸਾਡੇ ਪੁਰਾਣੇ ਕਰਮ ਵੀ ਚੰਗੇ ਸੀ। ਇਹਨਾਂ ਕਿ ਤਸੱਲੀ ਰੱਖੀਏ। ਅਸੀਂ ਮੰਦ ਕਰਮੇ ਨਹੀਂ ਸਾਂ, ਕੁਝ ਚੰਗੇ ਕਰਮ ਕੀਤੇ ਸਨ, ਜਿਹਨੂੰ ਕਹਿੰਦੇ ਨੇ ਆ ਸਤਸੰਗਤ ਵੀ ਭਾਗਾਂ ਕਰਕੇ ਮਿਲਦੀ ਹੈ। ਬਿਨ ਭਾਗਾਂ ਸਤਸੰਗ ਨਾ ਲੱਭੇ, ਤੇ ਸਤ ਚਲਣਾ ਭਾਗਾਂ ਤੇ ਕਰਮਾਂ ਤੋਂ ਬਿਨਾਂ ਆ ਪ੍ਰਾਪਤੀਆਂ ਨਹੀਂ ਦੀਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਪੜ੍ਹਦੇ ਨਾ। ਦੱਦਾ ਦੋਸ਼ ਨ ਦਿਓ ਕਿਸੇ, ਦੋਸ਼ ਕਰਮਾ ਆਪਣੇ ਆਣ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰਜਨਾ। ਇਹਦਾ ਮਤਲਬ ਗੱਲ ਸਪਸ਼ਟ ਹੈ। ਅੱਜ ਜੋ ਕੁਝ ਵੀ ਸਾਡੇ ਕੋਲ ਹੈ, ਸਾਡੇ ਕੀਤੇ ਕਰਮਾਂ ਦੇ, ਪਾਪ ਤੇ ਪੁੰਨ ਦੀ ਵੈਲਿਊ ਦੇ ਮੁਤਾਬਕ ਹੀ ਹੈ। ਤੇ ਜੇ ਸਾਡੇ ਕਰਮ ਤੋਂ ਵੀ ਮਾੜੇ ਹੁੰਦੇ, ਤੇ ਪਸ਼ੂ ਜੂਨਾਂ ਸਾਡੇ ਲਈ ਤਿਆਰ ਬਰ ਤਿਆਰ ਨੇ। ਉਹ ਵੀ ਸਾਡੇ 'ਚੋਂ ਨਿਕਲ ਕੇ ਗਏ ਨੇ, ਤੇ ਅਸੀਂ ਉਹਨਾਂ 'ਚੋਂ ਨਿਕਲ, ਸਾਡਾ ਆਪਸ ਵਿੱਚ ਟਰਾਂਸਫਰ ਹੀ ਹੁੰਦਾ ਰਹਿੰਦਾ ਹੈ। ਜਿੰਨਾ ਚਿਰ ਅਸੀਂ ਮੁਕਤ ਅਵਸਥਾ ਨੂੰ ਨਹੀਂ ਪ੍ਰਾਪਤ ਕਰਾਂਗੇ, ਉਨਾ ਚਿਰ ਹੀ ਅਸੀਂ ਇਹਨਾਂ 'ਚ ਹੀ ਆਉਂਦੇ ਜਾਂਦੇ ਰਹਾਂਗੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋ ਹੁੰਦਾ ਰਹੇਗਾ। 184 ਜੂਨ ਭਰਮਾਈ ਦੇ ਚੱਕਰ 'ਚ ਆਉਂਦੇ ਜਾਂਦੇ ਰਹਾਂਗੇ। ਇਹ ਸਭ ਅੱਜ ਜੋ ਕੁਛ ਹੈ ਪੁੰਨ ਕਰਕੇ। ਫਿਰ ਕੀ ਕਰੀਏ? ਫਿਰ ਕਹਿਣ ਲੱਗੇ, ਧਨ ਮਾਨਸ ਜਨਮ ਪੁੰਨ ਪਾਈਆ ਰਾਮ, ਮਾਨਸ ਜਨਮ ਵੱਡ ਪੁੰਨੇ ਪਾਇਆ। ਇਹ ਦੁਹਰਾ ਕੇ ਕਹਿੰਦੇ ਨੇ ਭਾਈ ਕੋਈ ਗਫਲਤ 'ਚ ਨਾ ਰਹਿ ਜਾਏ। ਆ ਮਨੁੱਖਾ ਸਰੀਰ ਮਿਲਿਆ ਜੇ ਵੱਡੇ ਪੁੰਨਾਂ ਦੇ ਕਰਕੇ, ਚੰਗੇ ਪੁੰਨ ਕਰਮ ਕੀਤੇ ਸੀ, ਇਸ ਕਰਕੇ ਤੁਹਾਨੂੰ ਸਰੀਰ ਮਿਲ ਗਿਆ। ਮਾਨਸ ਜਨਮ ਵੱਡ ਪੁੰਨੇ ਪਾਇਆ। ਹੁਣ ਅਗਲੀ ਅਵਸਥਾ ਕੀ? ਦੇਹ ਸੁਕੰਚਨ ਚੰਗੜੀਆ। ਹੁਣ ਇਹ ਪੁੰਨਾਂ ਦੀ ਅਗਲੀ ਪਰਿਭਾਸ਼ਾ ਦੇ ਨਾਲ ਕੀਮਤ ਹੈ, ਵੈਲਿਊ ਹੈ। ਇੱਕ ਨੂੰ ਸਰੀਰ ਮਿਲਿਆ, ਵਿਚਾਰੇ ਤੋਂ ਤੁਰਿਆ ਨਹੀਂ ਜਾਂਦਾ। ਇੱਕ ਨੂੰ ਸਰੀਰ ਮਿਲਿਆ 100 ਸਾਲ ਤੱਕ ਤੁਰਿਆ ਫਿਰਦਾ। ਅਸੀਂ ਕਹਾਂਗੇ ਦੇਖੋ ਜਿਹਨੇ ਪ੍ਰੈਕਟਿਸ ਕੀਤੀ ਜਾਂ ਅਭਿਆਸ ਕੀਤਾ, ਅਸੀਂ ਇਸ ਤਰੀਕੇ ਨਾਲ ਪਰਿਭਾਸ਼ਿਤ ਕਰਾਂਗੇ। ਪਰ ਗੁਰੂ ਗ੍ਰੰਥ ਸਾਹਿਬ ਕਹਿਣਗੇ ਨਹੀਂ, ਇਹਦੇ ਪੁੰਨ ਕਰਮ ਪਿਛਲੇ ਬੜੇ ਚੰਗੇ ਸਨ ਕਿ ਲੰਬਾ ਸਮੇਂ ਤੱਕ ਸਵਸਥ ਸਰੀਰ ਲੈ ਕੇ ਹੰਡ ਸਕੇ ਨੇ। ਆ ਪਿਛਲੇ ਦਿਨਾਂ 'ਚ ਅਸਾਂ ਵੇਖਿਆ ਨਾ, ਸਾਡੇ ਮਨੁੱਖੀ ਮੰਡਲਾਂ ਵਿੱਚੋਂ ਸਭ ਤੋਂ ਦੋ ਉਮਰ ਦਰਾਜ਼ ਐਥਲੀਟ ਆ ਬੇਬੇ ਸਾਡੀ ਚੰਡੀਗੜ੍ਹ ਦੀ ਯੂਨੀਵਰਸਿਟੀ ਮਾਨ ਕੌਰ, 100 ਸਾਲ ਤੋਂ ਵਡੇਰੀ ਉਮਰ, ਫਿਰ ਵੀ ਦੌੜਦੀ ਭੱਜਦੀ, ਸਰੀਰ ਬਿਲਕੁਲ ਸਵਸਥ ਰਿਹਾ ਨਾ। ਆਖਰ ਕਿਉਂ? ਦੂਜੇ ਪਾਸੇ ਅਸਾਂ ਅਜੇ 50 ਨਹੀਂ ਪਾਰ ਕੀਤੇ ਤੇ ਗੋਡਿਆਂ 'ਤੇ ਹੱਥ ਧਰ ਕੇ ਉੱਠਦੇ ਹਾਂ। ਆਪਣੇ ਵੱਲ ਕਿਤੇ ਦੇਖੀਏ, ਹੁਣ ਕੋ ਬੇਬੇ ਆ ਜਿਹੜੀ 100 ਸਾਲ ਦੀ ਵੀ ਨਾ ਦੌੜਦੀ ਹੈ, ਗੋਲਡ ਮੈਡਲ ਲੈਂਦੀ ਮੈਦਾਨਾਂ ਵਿੱਚ ਜਾ ਕੇ, ਅਤੇ ਦੂਜੇ ਪਾਸੇ ਅਸੀਂ ਹਾਂ ਅਜੇ 50 ਦੀ ਗੇੜ ਨੂੰ ਹੱਥ ਨਹੀਂ ਪੂਰੀ ਤਰ੍ਹਾਂ ਲੱਗੇ, ਅਤੇ ਤੁਰਨਾ ਪਵੇ 10 ਕਦਮ ਤੇ ਸਾਹ ਚੜ੍ਹ ਜਾਂਦਾ। ਅਸੀਂ ਇਸ ਨੂੰ ਕਹਾਂਗੇ ਦੇਖੋ ਜੀ ਉਹਨਾਂ ਦਾ ਤਾਂ ਪੁਰਾਣਾ ਸਰੀਰ ਸੀ, ਕਸਰਤਾਂ ਕੀਤੀਆਂ, ਮਿਹਨਤਾਂ ਕੀਤੀਆਂ, ਉਹ ਆਪਣੇ ਉਹ ਅਲੱਗ ਪੈਟਰਨ ਹੈ। ਲੇਕਿਨ ਸੱਚ ਚਰਨਾ ਵੱਡੇ ਪੁੰਨਾਂ ਦਾ ਭਾਗ ਸੀ, ਉਹ ਉੱਥੋਂ ਤੱਕ ਹੰਡਾ ਕੇ ਲੈ ਗਏ। ਅਤੇ ਦੂਜੇ ਪਾਸੇ ਉਹਨੇ ਜਿਨ੍ਹਾਂ ਤੋਂ 40 ਨਹੀਂ ਟੱਪਦੇ, ਉਹਨਾਂ ਦੀ ਕੀਮਤ ਹੀ ਉਨੀ ਕਿਸੇ ਵਿਚਾਰੇ ਇੰਨਾ ਨਹੀਂ ਖਰਚ ਕਰ ਸਕਦੇ। ਇਸ ਨੂੰ ਅਸੀਂ ਜਦੋਂ ਰੂਹ ਵਿਗਿਆਨ ਦਾ ਪਾਠ ਅਧਿਐਨ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸਾਨੂੰ ਕਿਤਨਾ ਸਮਾਂ ਮਿਲਦਾ ਹੈ, ਸਾਡੇ ਜੀਵਨ ਦੇ ਕਰਮਾਂ ਦੀ ਵੈਲਿਊ ਮੁਤਾਬਕ ਓਨਾ ਹੀ ਸਮਾਂ ਸਾਨੂੰ ਇੱਥੇ ਮਿਲਦਾ ਹੈ। ਆ ਕਦੇ ਕਦੇ ਵੇਖਦੇ ਨਾ ਤੁਸੀਂ, ਜਿਤਨੀ ਕੀਮਤ ਦਿੰਦੇ ਹੋ ਉਤਨੇ ਘੰਟੇ ਖਰੀਦ ਸਕਦੇ ਹੋ ਕਿਸੇ ਦੀ। ਬਾਜ਼ਾਰ ਵਿੱਚੋਂ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਤੁਸੀਂ ਕੀਮਤ ਦਿੰਦੇ ਹੋ ਅਤੇ ਕਿਸੇ ਦਾ ਸਮਾਂ ਖਰੀਦ ਲੈਂਦੇ ਹੋ। ਅਤੇ ਜੇ ਕੀਮਤ ਨਹੀਂ ਦੇ ਸਕਦੇ ਤਾਂ ਸਮਾਂ ਨਹੀਂ ਮਿਲਦਾ ਅਗਲੇ ਦਾ।
बहुत वड्डे पद्धरां ते तमाम सारा प्रोफैशनल लाइन की वेच रहे है, अपने हुनर नूं वेच रहे, तो खरीदण वाला अपनी कीमत दे के बंदे नूं नहीं खरीद रहा, उहदे हुनर नूं खरीद रहा भी 2 घंटे तेरा काम लवांगे। वो 2 घंटे दे रहा, कोई 3 घंटे खरीद सकता है, कोई 1 घंटा खरीद सकता है, किसी का कोई अद्धा घंटा खरीद सकता है। जितना पैसे तुहाडे कोल है नहीं। इस तरह उम्र के सिलसिले विच किसी नूं 10 साल मिले ने, किसी नूं 10 साह मिले ने, किसी नूं 10 मिनट मिले ने। जन्म मिलते ना, जन्म तो 10 मिनट दे विच काम मुक गया, जन्म तो 10 साह आए मुक गया काम, 10 साल मिले मुक गया काम, कोई 20 साल ते मुक गया, कोई 50 साल ते, तो कोई 100 साल ते जाके भी हसदा बोलदा खिड़िया होया, क्योंकि वो कोई वैल्यू बड़ी सी, कीमत बड़ी सी, उन्हें पे किया होया है। इतने मुफ्त नहीं कुछ मिला, उन्हें पे किया है, कर्म पे किए। देस कंचन चंगड़िया, अज सानू जो देह मिली है कंचन, कंचन किने सोना, क्योंकि शरीर सोने का नहीं है पर सोने वर्गा है। सोने का वर्गा मतलब बिल्कुल सुंदर है, स्वस्थ है, तंदुरुस्त है, साफ सुथरा है, सोहना है। हुण कईयां नूं शरीर मिले है, गुस्ताखी दी माफ़ी, कोल खलोण नूं चित्त नहीं करता, इन्नी शरीर चों बदबू आ रही होंदी है, मैल कुचैल होंदी है तो शरीर ना। असीं फिलासफी च कहने कि कईयां नूं देखदे मनुखी जन्म है, असीं एक एंगल पढ़ लें, देखो जो मनुखी जन्म उत्तम शरीर है, बड़ा उत्तम शरीर है, पर कदे किते दूर दुराडे जाके देखना, जन्म तो मिले उस बंदे नूं मनुखी शरीर ही मिले, पर दुनिया का पता ही कुछ नहीं। भीख मंगदे भिखारी दे कर कूड़े के ढेर ते जन्म मिले है, सारी उम्र भीख मंगदे वो कूड़े के ढेर ते जूठियां पत्तलां चटद्या ही मर जाना। हुण मनुख बने आ पिछले दिन असीं एक वीडियो देखी सी ना, एक माँ ही कह रही सी, दादी माँ, कि मेरे पोते का जन्म तो कुत्ते वांग होया, भाव कुत्तियां दे विच रुलदा फिरदा बालक का जन्म हो गया है, तो मनुख शरीर मनुख बने ना, मनुख शरीर बने। उहदे कर्मां दी वैल्यू सिर्फ इतनी है कि वो स्टार्टिंग पॉइंट तक पहुँच पाया है, अगे उहदा खाता खाली है ही कुछ नहीं। महाराज कहने लगे फिर असीं सियाणिਆਂ ਦੇ विचारों पढ़ीदा, देह सुकंचन, सानू कंचन वरना शरीर मिले है। शायद आपने याद हो पिछे आप पढ़िया सी, प्रभु जी के जो स्वरूप दर्शन की एक झलक दिखाई सी ना, मनुखी शरीर वर्गी झलक, तो की किया सी, सोने की चादर। और वडहंस च पढ़े सी ना, जपो तुसी महलियो, परमात्मा की शुद्धता का स्वरूप झलक किहो जी है, सोने की झाल, जिवें सोने की झाल होंदी है, सोने की झाल मतलब बिल्कुल शुद्ध सुंदर स्वरूप। तो अगां साडे को ज्ञान विचार फलसफा नहीं है। तो दूजे पासे वेखिए फिर दूजा लैवल उन्होंने हुंदा है, जिथे खाण पीण मिल गया, हौली हौली तरक्की करते गए, देह सुकंचन, शरीर सोने वर्गा मिले, सब तो उत्तम शरीर मिले है, चंगड़िया ते चंगा मिले, आला दुआला चंगा है, घर परिवार चंगा, धियां पुत्र चंगे ने, भैन भरा चंगे ने, मापे चंगे ने, परिवारक ढांचा बनतर चंगी है, चंगे थां ते रहिंदे हो, चंगे थां ते खांदे हो, चंगे शहर च रहे ने, चंगी सोसाइटी च रहिंदे आ। अगली गल कि असीं चंगे भी होवांगे, ये तो गल बक जी है, अजे तो कर्मां करके प्राप्ति ना, कि भाई सानू सब तो चंगे शहर च रहण नूं वक्त मिले है, सुंदर शरीर मिले, देह सुकंचन चंगड़ी। हुण अगली गल आरंभ होंदी है, हुण तक तो साडे कर्मां दे करके सानू आ शरीर ते थां सुंदर सोने वर्गा मिल गया। गुरमुख रंग चलूला पावै। हुण अगली गल है कि इस शरीर सुंदर नूं प्राप्त करके गुरमुख भी बनिया कि नहीं। जे गुरमुख नूं मिल गया, गुरमुख रंगत प्राप्त हो गई, गुरमुख संग मिल गया, तो फिर की मिलेगा, रंग चलूला पावै। नहीं तो शरीर प्राप्त तो बहुत सुंदर हो गया, तो गुरमुखता ना मिली तो रंग चलूर वाला ही मिले नेगा। मैं बहुत वड्डी गल असीं कह सकी समझण वास्ते, शायद साडे वास्ते ही वो बनिया, नहीं तो शायद वो होर किते जरूरत होंदी कि नहीं पता नहीं। धन गुरु रामदास महाराज का परिवार है, तो उन्होंने घर ही जन्म होया पिरथी चंद का, तो धन गुरु रामदास के घर ही जन्म हुंदा है सतगुरु अर्जन देव जी का। दोनों सके भरा ने, तंदुरुस्त ने, सुंदर शरीर है, मापे चंगे ने,
ਸ਼ਾਇਦ ਇਹ ਤੋਂ ਚੰਗੇ ਧੰਨ ਗੁਰੂ ਰਾਮਦਾਸ ਤੋਂ ਵੱਧ ਚੰਗਾ ਪਿਤਾ ਕਿੱਥੇ ਹੋਏਗਾ। ਸ਼ਾਇਦ ਅਸੀਂ ਕੀ ਕਹਿ ਪਾਵਾਂਗੇ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਵੀ ਸੰਸਾਰ ਦਾ ਪਿਤਾ ਕੋਈ ਚੰਗਾ ਹੋਵੇਗਾ। ਨਾਨਾ ਗੁਰੂ ਕੋਲ ਨੇ, ਬੀਬੀ ਸਤਿਕਾਰਯੋਗ ਮਾਤਾ ਭਾਨੀ, ਬੀਬੀ ਭਾਨੀ ਤੋਂ ਸ੍ਰੇਸ਼ਟ ਮਾਤਾ ਲੱਭਣੀ ਕਿੱਥੇ ਸੌਖਾ, ਕਿਤੇ ਕੰਮ ਹੈ। ਪਰ ਇੰਨਾ ਕੁਝ ਚੰਗਾ ਚੰਗਾ ਪੁੰਨਾ ਕਰਕੇ ਮਿਲ ਕੇ ਵੀ ਪਿਰਥੀ ਚੰਦ ਗੁਰਮੁਖ ਰੰਗ ਚਲੂਲਾ ਨਹੀਂ ਪ੍ਰਾਪਤ ਕਰ ਪਾਏ। ਸਭ ਕੁਝ ਚੰਗਾ ਚੰਗਾ ਹੈ, ਦੇਹ ਸੁਕੰਚਨ ਚੰਗੜੀਆ ਹੈ। ਕੱਪੜੇ ਵੀ ਪਿਰਥੀ ਚੰਦ ਜੀ ਦੇ ਤੇ ਗੁਰੂ ਅਰਜਨ ਦੇਵ ਜੀ ਦੇ ਬਚਪਨ ਦੇ ਇੱਕ ਸਮਾਨ ਹੋਣਗੇ। ਖਾਣ ਪੀਣ ਹੰਡਾਣ ਰਹਿਣ ਸਹਿਣ ਸਭ ਇੱਕ ਸਮਾਨ ਹੋਏਗਾ। ਜਦ ਕਿ ਅਸੀਂ ਸਾਰੇ ਮੰਨਦੇ ਹਾਂ ਕਿ ਵੱਡੇ ਪੁੱਤਰ ਨੂੰ, ਵੱਡਿਆਂ ਨੂੰ ਸਭ ਕੁਝ ਜ਼ਿਆਦਾ ਤੇ ਚੰਗਾ ਮਿਲ ਜਾਂਦਾ ਹੈ। ਕਈ ਕੱਪੜੇ ਉਹ ਨੇ ਜੋ ਵੱਡਿਆਂ ਦੇ ਛੋਟੇ ਹੰਡਾਉਂਦੇ ਨੇ, ਵੱਡਿਆਂ ਨੂੰ ਨਵੇਂ ਮਿਲਦੇ ਨੇ। ਸਭ ਕੁਝ ਪਿਰਥੀ ਚੰਦ ਨੂੰ ਚੰਗਾ ਤੇ ਨਵਾਂ ਵੱਡਾ ਮਿਲਿਆ, ਪਰ ਬਾਵਜੂਦ ਇਸ ਸਰੀਰ ਨੂੰ ਪ੍ਰਾਪਤ ਕਰਕੇ ਉਹ ਗੁਰਮੁਖ ਰੰਗ ਚਲੂਲਾ ਨਹੀਂ ਪ੍ਰਾਪਤ ਕਰ ਪਾਏ। ਹੁਣ ਇਹ ਰਹਿ ਗਿਆ ਸਰੀਰ ਪ੍ਰਾਪਤ ਕਰਨ ਤੋਂ ਬਾਅਦ ਇਹਦੀ ਪ੍ਰਾਪਤੀ ਅਸਾਂ ਤੁਸਾਂ ਕੀ ਪ੍ਰਾਪਤ ਕਰਨਾ। ਸਰੀਰ ਸਾਨੂੰ ਮਿਲ ਗਿਆ ਭਾਗਾਂ ਕਰਕੇ, ਤੰਦਰੁਸਤੀ ਹੈ ਭਾਗਾਂ ਕਰਕੇ, ਪਰਿਵਾਰ ਚੰਗਾ ਹੈ ਭਾਗਾਂ ਕਰਕੇ, ਕੰਚਨ ਹੈ, ਸਰਵੋਤਮ ਹੈ ਭਾਗਾਂ ਕਰਕੇ, ਕਰਮਾਂ ਕਰਕੇ, ਪੁੰਨਾਂ ਕਰਕੇ। ਪਰ ਹੁਣ ਅਗਲੀ ਗੱਲ ਕਿ ਇਸ ਸਰੀਰ ਨੂੰ ਪ੍ਰਾਪਤ ਕਰਕੇ ਭਾਈ ਜੋ ਅਸੀਂ ਤੁਸੀਂ ਹਾਂ, ਅਸਾਂ ਰੰਗ ਵੀ ਲਵਾਏ ਕਿ ਗੁਰਮੁਖਤਾ ਦਾ ਰੰਗ ਲਵਾਇਆ ਅਸਾਂ। ਹੁਣ ਕੀ, ਹੁਣ ਦੇਖੀਏ ਸਰਵੋਤਮ ਸਰੀਰ ਕਿਸੇ ਕੋ ਹੈ ਪਰ ਕਿ ਗੁਰਮੁਖ ਵੀ ਹੈ। ਪਿਰਥੀ ਚਾਹੁੰਦੀ ਹੈ ਕਿ ਗੁਰਮੁਖ ਹੈ, ਤੇ ਜੇ ਨਹੀਂ ਤੇ ਫਿਰ ਆਪਣੇ ਬਾਰੇ ਸੋਚੀਏ ਕਿ ਅਸੀਂ ਵੀ ਹਾਂ, ਉਹਦੇ ਤੇ ਪਿਤਾ ਵੀ ਗੁਰੂ ਨੇ, ਤੇ ਨਾਨਾ ਵੀ ਗੁਰੂ ਨੇ, ਤੇ ਮਾਤਾ। ਅਸੀਂ ਕਹਿੰਦੇ ਮਾਪਿਆਂ ਦਾ ਦੋਸ਼ ਕਦੇ ਕਦੇ ਲੋਕ ਕਹਿ ਦਿੰਦੇ, ਦੇਖੋ ਜੀ ਮਾਪਿਆਂ ਦੇ ਸੰਸਕਾਰ ਨਹੀਂ ਸਨ, ਮਾਪੇ ਲੈ ਕੇ ਨਹੀਂ। ਆਪਾਂ ਬੜੀ ਛੇਤੀ ਇੱਕ ਦੂਜੇ 'ਤੇ ਦੋਸ਼ ਲਾ ਦੇਣੇ ਆ। ਦੇਖੋ ਜੀ ਮਾਪੇ ਗੁਰਦੁਆਰੇ ਲੈ ਕੇ ਨਹੀਂ ਆਏ ਹੋਣੇ, ਮਾਪਿਆਂ ਚੰਗੀ ਸਿੱਖਿਆ ਨਹੀਂ ਦਿੱਤੀ, ਅਸੀਂ ਬੜੀ ਛੇਤੀ ਮਾਤਾ ਪਿਤਾ ਨੂੰ ਗਿਲਟੀ ਕਰਵਾ ਦਿੰਦੇ ਹਾਂ। ਪਰ ਕੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿ ਚੰਗੀ ਗੱਲਾਂ ਨਹੀਂ ਕੀਤੀਆਂ ਹੋਣਗੀਆਂ? ਕੀ ਬੀਬੀ ਭਾਨੀ ਜੀ ਨੇ ਚੰਗੀਆਂ ਗੱਲਾਂ ਬਚਪਨ 'ਚ ਨਹੀਂ ਕੀਤੀਆਂ ਹੋਣਗੀਆਂ? ਸਭ ਕੁਝ ਕੀਤਾ ਹੋਏਗਾ, ਸਭ ਤੋਂ ਵੱਧ ਮਿਲਿਆ ਹੋਏਗਾ। ਪਰ ਬਾਵਜੂਦ ਆ ਕੇ ਜਦੋਂ ਮਨੁੱਖ ਜੀ ਹੋਸ਼ ਸਾਂਭਦਾ ਨਾ, ਬਚਪਨ ਦੀ ਦਹਲੀਜ਼ ਨੂੰ ਟੱਪ ਕੇ, ਉਦੋਂ ਉਹ ਸੁਤੰਤਰ ਤੇ ਆਜ਼ਾਦ ਹੋ ਜਾਂਦਾ ਹੈ। ਉਦੋਂ ਉਹਦੇ ਸੰਸਕਾਰ ਵੀ ਸਾਈਡ 'ਤੇ ਰਹਿ ਜਾਂਦੇ ਨੇ। ਉਹ ਖੁਦ ਵੀ ਪ੍ਰਗਟ ਹੁੰਦਾ, ਤੂੰ ਕੀ ਹੈ। ਅਸੀਂ ਫਿਲਾਸਫੀ 'ਚ ਕਹਿੰਦੇ ਹਾਂ, ਜਦੋਂ ਮਨੁੱਖ ਆਪਣੇ ਬਚਪਨ ਦੇ 10 ਕੁ ਸਾਲ ਟੱਪ ਲੈਂਦਾ ਨਾ, ਫਿਰ ਉਹ ਸ਼ੀਸ਼ੇ ਕੇ ਖਲੋ ਕੇ ਆਪਣੇ ਆਪ ਨੂੰ ਨਿਹਾਰਦਾ ਹੈ। ਅਤੇ ਅਸੀਂ ਸੋਚਦੇ ਸ਼ਾਇਦ ਬੱਚਾ ਆਪਣਾ ਸਰੀਰ ਹੀ ਦੇਖੀ ਜਾਂਦਾ, ਨਹੀਂ, ਉਹਦੇ ਅੰਦਰ ਸਭ ਨੂੰ ਸਾਨੂੰ ਚੇਤਾ ਭੁੱਲ ਚੁੱਕਾ ਆਪਣਾ। ਦਰਅਸਲ ਉਦੋਂ ਅਸੀਂ ਆਪਣੇ ਆਪ ਨੂੰ ਦੇਖ ਰਹੇ, ਮੈਂ ਕੀ ਹਾਂ। ਜਿਨ੍ਹਾਂ ਨੇ ਸਾਈਕੋਲੋਜੀ ਮਨੋਵਿਗਿਆਨ ਨੂੰ ਪੜ੍ਹਿਆ ਨੂੰ ਪਤਾ ਹੈ ਕਿ ਉਦੋਂ ਖਿਆਲ ਉੱਪਰ ਲੱਗ ਪੈਂਦੇ ਨੇ, ਮੈਂ ਕੀ ਹਾਂ। ਚੇਤਨ ਤੇ ਪ੍ਰਬੁੱਧ ਅੱਜ ਵੀ ਪੁੱਛਣਾ ਆਪਣੇ ਆਪ ਨੂੰ, ਮੈਂ ਕੀ ਹਾਂ, ਮੈਂ ਕਿਉਂ ਹਾਂ, ਮੈਂ ਕੀ ਕਰ ਰਿਹਾ ਹਾਂ, ਮੈਂ ਕਿਉਂ ਕਰ ਰਿਹਾ। ਇਹ ਸਵਾਲ ਆਪਣੇ ਆਪ ਤੋਂ ਪੁੱਛੀਏ। ਤੇ ਕਹਿਣ ਲੱਗੇ ਫਿਰ ਜਦੋਂ ਆਪਣੇ ਆਪ ਨੂੰ ਦੇਖਦਾ ਨਾ, ਮੈਂ ਕੀ ਹਾਂ, ਤੇ ਪੁੱਛਦਾ ਮੇਰੇ ਮਾਪੇ ਤੇ ਵੱਡੇ, ਮੈਂ ਤੇ ਚੌਧਰੀ ਹਾਂ। ਫਿਰ ਖਿਆਲ ਅੰਦਰ ਪੈਦਾ ਹੁੰਦਾ, ਮੈਂ ਤੇ ਜ਼ਮੀਂਦਾਰਾਂ ਦਾ ਪੁੱਤਰ ਹਾਂ, ਮੈਂ ਤੇ ਰਾਜੇ ਦਾ ਪੁੱਤਰ ਹਾਂ, ਮੈਂ ਤੇ ਆਹ ਹਾਂ, ਮੈਂ ਉਹ ਹਾਂ। ਫਿਰ ਨਾਲ ਤੁਰ, ਤੇ ਜਦੋਂ ਇਹ ਖਿਆਲ ਨਾਲ ਤੁਰਦੇ ਨੇ, ਹੰਕਾਰ ਤੁਰ ਪੈਂਦਾ ਹੈ। ਪਰ ਅਸਾਂ ਇੱਥੇ ਹੁਣ ਪ੍ਰਾਪਤ ਸਰੀਰ ਪ੍ਰਾਪਤ ਤਨ ਸੁੰਦਰ ਕੀਤਾ, ਤੇ ਮਹਾਰਾਜ ਕਹਿਣ ਲੱਗੇ ਫਿਰ ਇੱਕ ਕੰਮ ਕਰ ਲਓ ਜੇ ਕਰ ਸਕਦੇ ਹੋ, ਕਿਉਂਕਿ ਇੱਥੇ ਸਭ ਤੋਂ ਸ੍ਰੇਸ਼ਟ ਦੀ ਗੱਲ ਕਰਾਂਗੇ। ਬਾਕੀ ਸੰਸਾਰ ਥੱਲੇ ਕੀ ਰਹਿ ਜਾਏਗਾ, ਉਹਦੀ ਵਿਆਖਿਆਵਾਂ ਸਾਡੇ ਕੋਲ ਬਹੁਤ ਨੇ। ਸਰੀਰ ਪ੍ਰਾਪਤ ਕੀਤਾ ਹੈ, ਬਹੁਤ ਸੁੰਦਰ ਪ੍ਰਾਪਤ ਕੀਤਾ ਹੈ, ਤੇ ਹੁਣ ਇਸ ਸੁੰਦਰ ਸਰੀਰ ਨੂੰ ਪ੍ਰਾਪਤ ਕਰਕੇ ਅਸੀਂ ਇੱਕ ਕੰਮ ਕਰਨਾ ਹੈ ਜੋ ਗੁਰਮੁਖ ਦੇ ਰੂਪ 'ਚ ਹੋਇਆ ਹੈ। ਗੁਰਮੁਖ ਰੰਗ ਚਲੂਲਾ ਪਾਵੈ, ਉਹਨੇ ਗੁਰਮੁਖ ਨੇ ਚਲੂਲਾ ਰੰਗ ਪ੍ਰਾਪਤ ਕਰ ਲਿਆ, ਜਿਹਦਾ ਜ਼ਿਕਰ ਅਸੀਂ ਕਈ ਥਾਂ 'ਤੇ ਪੜ੍ਹਦੇ ਕਿ ਭਾਈ ਭਗਤੀ ਦਾ ਰੰਗ, ਪ੍ਰੇਮ ਦਾ ਰੰਗ, ਗੁਰੂ ਪਾਸੋਂ ਮਨ ਰੰਗੋ ਵਡਭਾਗੀ ਹੋ, ਆਪਣਾ ਮਨ ਗੁਰੂ ਨਾਲ ਜੁੜ ਕੇ ਰੰਗ। ਕਿਵੇਂ ਮਿਲਿਆ ਜੀ ਇਹਨੂੰ ਗੁਰਮੁਖ ਨੂੰ ਰੰਗ ਚਲੂਲਾ ਕਿਵੇਂ ਮਿਲ ਗਿਆ? ਕਹਿਣ ਲੱਗੇ ਹਰ 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 ਨਵ ਰੰਗੜੀਆ, ਹਰ 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 ਲਗਾਤਾਰ ਵਾਹਿਗੁਰੂ 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 ਵਾਹਿਗੁਰੂ। ਪਰ ਜਿਸ ਨੇ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ, ਜਿਸ ਨੇ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹੈ, ਜਿਸ ਨੇ ਵੀ ਵਾਹਿਗੁਰੂ ਜੀ ਦੇ ਨਾਮ ਦੀ ਰਹੱਸ ਕਲਾ ਨੂੰ ਜਾਣਿਆ ਹੈ, ਉਸੇ ਨੂੰ ਗੁਰਮੁਖਤਾ ਪ੍ਰਾਪਤ ਹੋਏਗੀ। ਕਿਉਂਕਿ ਨਾਮ ਗੁਰੂ ਦੇ ਸਦਕੇ ਹੀ ਮਿਲਦਾ ਹੈ।
ਉਹ ਗੁਰਮੁਖ ਬਣ ਜਾਏਗਾ। ਗੁਰਮੁਖ ਬਣ ਕੇ ਵਾਹਿਗੁਰੂ ਵਾਹਿਗੁਰੂ ਜਪੇਗਾ ਤੇ ਰੰਗ ਚੱਲੂਗਾ। ਇਸੇ ਕਰਕੇ ਅੰਮ੍ਰਿਤ ਵੇਲੇ ਕਹਿੰਦੇ ਨੇ, ਵਿਣ ਨਾਵੇਂ ਸਭ ਭਰਮ ਦੇ। ਜਨਮ ਤੇ ਮਿਲ ਗਏ ਨੇ, ਸਰੀਰ ਬੜੇ ਸੁੰਦਰ ਨੇ, ਕੰਚਨ ਵਰਗੇ ਨੇ, ਪਰ ਨਾਮ ਪੱਲੇ ਨਾ ਹੋਣ ਕਰਕੇ ਭਰਮ ਦੇ ਭਟਕਦੇ ਫਿਰਦੇ ਨੇ। ਹੋਣਗੇ ਬੜੇ ਵੱਡੇ ਵੱਡੇ ਨਾਮ, ਹੋਣਗੇ ਰਾਮ ਰਾਏ ਵਰਗੇ ਵੱਡੇ ਵੱਡੇ ਨਾਮ, ਸਾਡੇ ਵਿੱਚ ਵੀ ਅੱਜ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ, ਬੜੇ ਵੱਡੇ, ਪਰ ਭਰਮ ਦੇ ਫਿਰਦੇ ਨੇ। ਸ਼ਾਇਦ ਇਸੇ ਕਰਕੇ ਕੀ ਕਰ ਸਕੀਏ, ਅੱਜ ਸ਼ਾਮ ਨੂੰ ਆਪਾਂ ਵਿਚਾਰ ਕਰਨੀ ਸੇ ਵੀ ਤੂੰ ਹੀ ਕਰ ਸਕੀ। ਸ਼ਾਇਦ ਰੰਗ ਚਲੂਲਾ ਲੱਗ ਜਾਏ, ਸਾਨੂੰ ਸਾਡੇ 'ਤੇ ਵੀ ਰੰਗ ਚਲੂਲਾ ਚੜ੍ਹ ਜਾਏ, ਅਸੀਂ ਜਪ ਸਕੀਏ ਤੂੰ ਹੀ ਨਿਰੰਕਾਰ, ਤੂੰ ਹੀ। ਆ ਪੜ੍ਹਦੇ ਨੇ ਇੱਕ ਬੜਾ ਪਿਆਰਾ, ਹੈ ਤੂੰ ਹੋਵਨਹਾਰ, ਤੂੰ ਭਗਵਾਨ। ਕਿਤੇ ਅਸੀਂ ਕਰ ਸਕੀ ਤੂੰ ਹੀ। ਆ ਕਿਤੇ ਪਿੱਛੇ ਆਪਨੇ ਪੜ੍ਹਿਆ ਹੋਣਾ, ਜੋ ਬਹੁਤ ਗਹਿਰਾ ਸੰਕਲਪ ਹੈ ਸਾਡੇ ਕੋਲ, ਜਿੱਥੋਂ ਸਾਡੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਤੂੰ ਹੀ ਦੇ ਇਸ ਵਿਜ਼ਨ ਨੂੰ ਦਿੱਤਾ ਹੈ। ਰਾਗ ਮਾਝ ਕੀ ਵਾਰ ਕਿਤੇ ਪੜ੍ਹ ਲੈਣਾ, ਸਮਾਂ ਲੱਗੇ। ਦਿਗਰ ਕੋ ਨਹੀਂ ਏਕ ਤੂਈ 3 4 5 ਸ਼ਲੋਕ ਨੇ ਮਹਾਰਾਜ ਜੀ ਨੇ। ਏਕ ਤੂਈ ਪਰੰਦਈ ਨ ਗਿਰ ਹਜ਼ਾਰ, ਦਰਖਤ ਆਬ ਆਸ ਕਰ। ਏਕ ਤੂਈ ਨਿੱਕੇ ਨਿੱਕੇ ਪ੍ਰਮਾਣ ਦੇ ਕੇ ਮਹਾਰਾਜ ਨੇ ਜੋੜਿਆ। ਕਿਤੇ ਉਸ ਸਿਧਾਂਤ ਨੂੰ ਅਸੀਂ ਕਹਿੰਦੇ ਹੁੰਦੇ ਆ, ਉਸ ਵਿਚਾਰ ਨੂੰ ਬੇਸਿਕਲੀ ਵਿਜ਼ਨ ਹੈ, ਪ੍ਰਕਾਸ਼ ਹੈ, ਉਸ ਨੂੰ ਮੰਨ ਸਕੀਏ। ਏਕ ਤੂੰ ਹੀ ਔਰ ਤੂੰ ਹੀ ਕਰਾਂਗੇ ਤੇ ਤੂੰ ਹੀ ਵਾਹਿਗੁਰੂ। ਕਿਤੇ ਬੈਠ ਕੇ ਇਕੱਲਿਆਂ ਬੈਠੇ ਹੋਣਾ ਨਾ, ਆਪਣੇ ਅੰਦਾਜ਼ ਵਿੱਚ ਗਾ ਕੇ ਦੇਖਣਾ, ਤੂੰ ਹੀ ਵਾਹਿਗੁਰੂ, ਤੂੰ ਹੀ ਵਾਹਿਗੁਰੂ, ਤੂੰ ਹੀ। ਤੇ ਫਿਰ ਇੱਕ ਵਰਸ, ਇੱਕ ਅਭਿਆਸ ਵੱਖਰਾ ਬਣ ਜਾਏਗਾ। ਗੁਰਮੁਖ ਰੰਗ ਚਲੂਲਾ ਪਾਵੈ, ਹਰ ਨਵ ਰੰਗੜੀਆ। ਫਿਰ ਕਹਿੰਦੇ ਭਾਈ ਇਹ ਦੇਹ ਸੋ ਬਾਂਕੀ, ਭਾਈ ਇਹ ਸਰੀਰ ਬਹੁਤ ਸੁੰਦਰ, ਬਾਂਕਾ ਕਹਿੰਦੇ ਨੇ ਬਹੁਤ ਜਵਾਨ, ਬਹੁਤ ਸੁੰਦਰ, ਖੂਬਸੂਰਤ। ਅੱਜ ਕੱਲ੍ਹ ਆਪਾਂ ਸਮਾਰਟ ਕਹਿ ਦਿੰਦੇ ਹਾਂ, ਪਿੱਛ ਬੜਾ ਸਮਾਰਟ ਬੰਦਾ ਹੈ, ਬੜਾ ਖੂਬਸੂਰਤ ਹੈ। ਕੇਵਲ ਰੰਗ ਰੂਪ ਦਾ ਖੂਬਸੂਰਤ ਨਹੀਂ ਗਾ, ਦਿਮਾਗ ਕਰਕੇ ਵੀ ਖੂਬਸੂਰਤ ਹੈ। ਕਿਉਂਕਿ ਸਮਾਰਟ ਕਹਿਣ ਦਾ ਅਤੇ ਬਾਂਕਾ ਕਹਿਣ ਦਾ ਮਤਲਬ ਰੰਗ ਰੂਪ ਦੀ ਵਿਆਖਿਆ ਨਹੀਂ ਹੁੰਦਾ। ਕਈ ਤਾਂ ਵਿਅਕਤੀ ਰੰਗ ਰੂਪ ਬੜਾ ਚੰਗਾ ਲੇਕਿਨ ਬੁੱਧੂ ਹੁੰਦੇ ਨੇ, ਰੰਗ ਰੂਪ ਨਹੀਂ। ਰੰਗ ਰੂਪ ਨਕਸ਼ ਅਕਸ਼ ਵੀ ਚੰਗੇ ਨੇ, ਪਰ ਦਿਮਾਗ ਵੀ ਚੰਗਾ ਹੈ, ਸੁਭਾਅ ਵੀ ਚੰਗਾ ਹੈ, ਕਰਮ ਵੀ ਸਭ ਕਿਸੇ ਨੇ ਬੜਾ ਸਮਾਰਟ ਹੈ। ਬਾਂਕਾ ਕਿਹਾ ਜਾਂਦਾ ਸੀ, ਅੱਜ ਇੱਥੇ ਆਪਾਂ ਇਸ ਵਰਤੇ ਪੁਰਾਣਾ ਸ਼ਬਦ ਹੈ ਬਾਂਕਾ, ਜਵਾਨ ਸੀ, ਬਾਂਕਾ ਜਵਾਨ। ਇਹ ਦੇਹ ਸੁ ਬਾਂਕੀ, ਇਹ ਦੇਹ, ਇਹ ਸਰੀਰ ਬਹੁਤ ਸੁੰਦਰ, ਖੂਬਸੂਰਤ, ਸਮਾਰਟ ਹੈ। ਪਰ ਕਿਹਦੀ ਕਹਿਤਾ ਸਰੀਰ ਬੜਾ ਖੂਬਸੂਰਤ ਹੈ, ਬਹੁਤ ਵਧੀਆ ਸਮਾਰਟ ਸਰੀਰ ਤੈਨੂੰ ਮਿਲਿਆ, ਪਰ ਕਿਹਨੂੰ ਮਿਲਿਆ ਜੀ? ਇਹ ਦੇਹ ਸੁ ਬਾਂਕੀ ਜਿਤ ਹਰ ਜਾਪੀ, ਜਿਸਨੇ ਵਾਹਿਗੁਰੂ ਸਿਮਰਨ ਕੀਤਾ ਉਹਦਾ। ਜਿਸਨੇ ਵਾਹਿਗੁਰੂ ਸਿਮਰਨ ਨਹੀਂ ਕੀਤਾ ਉਹਦਾ ਸਰੀਰ ਕਿਤਨਾ ਸੁੰਦਰ ਹੋਏ, ਨਖਿੱਧ ਜੇ। ਇੱਕ ਗਾਥਾ ਸੀ ਬੜੀ ਦਾਰਸ਼ਨਿਕ ਹੈ, ਆਪਣੇ ਕਈ ਵਾਰ ਪੜ੍ਹੀ ਹੋਣੀ ਆ। 2 ਸਾਖੀਆਂ, ਇੱਕ ਇਤਿਹਾਸਿਕ ਹੈ ਅਤੇ ਇੱਕ ਦਾਰਸ਼ਨਿਕ ਹੈ। ਸੰਕੇਤਕ ਜ਼ਿਕਰ ਕਰਾਂ, ਅਸੀਂ ਕਦੇ ਕਦੇ ਵਡੇਰੇ ਤੋਂ ਸੁਣਿਆ ਨਾ ਕਿ ਕਿਤੇ ਗੁਰਮੁਖ ਇੱਕ ਸਾਧੂ, ਉਹਦੇ ਨਾਲ ਕੋਈ ਸਾਡੇ ਵਰਗਾ ਚੇਲਾ ਬੈਠਾ ਸੀ। ਥੋੜ੍ਹੀ ਦੂਰ ਜੰਗਲ ਦੇਖਿਆ, ਇੱਕ ਬਘਿਆੜ ਝਾੜੀਆਂ ਦੇ ਆਲੇ ਦੁਆਲੇ ਫਿਰਦਾ ਹੈ, ਕੁਝ ਸੁੰਘਦਾ ਫਿਰਦਾ ਹੈ, ਪਰ ਖਾ ਨਹੀਂ ਰਿਹਾ। ਵੇਖਿਆ ਕੋਈ ਮਨੁੱਖ ਦਾ ਸਰੀਰ ਮੁਰਦਾਰ ਪਿਆ। ਆਮ ਤੌਰ 'ਤੇ ਬਘਿਆੜ ਮੁਰਦਾਰ ਖਾ ਲੈਂਦੇ ਨੇ, ਪਰ ਉਹਨੇ ਉਹ ਮੁਰਦਾਰ ਸਾਰਾ ਸੁੰਘਿਆ, ਹੱਥ ਪੈਰ ਨੱਕ ਮੂੰਹ ਕੰਨ ਸਾਰੇ ਅੰਗ ਸੁੰਘ ਲਏ, ਪਰ ਖਾਧਾ ਨਹੀਂ, ਮੁੜ ਗਿਆ। ਚੇਲੇ ਨੇ ਪੁੱਛਿਆ, ਬਾਬਾ ਇਹ ਤਾਂ ਹਿੰਸਕ ਪਸ਼ੂ ਹੈ, ਮਾਸ ਖੋ ਰਹਾ ਹੈ, ਮਾਸ ਖਾ ਲੈਣਾ ਚਾਹੀਦਾ ਸੀ ਇਸ ਨੂੰ, ਇਹ ਸੁੰਘ ਕੇ ਮੁੜ ਕਿਉਂ ਗਏ? ਬਾਬਾ ਕਹਿਣ ਲੱਗਾ, ਹੈ ਤੇ ਮੁਰਦਾਰ ਖਾਣਾ, ਪਰ ਇਹਦੀ ਰੂਹ ਚੇਤਨ ਹੈ। ਇਹਨੇ ਇਸ ਕਰਕੇ ਨਹੀਂ ਖਾਧਾ ਕਿ ਇਸ ਸਰੀਰ 'ਚੋਂ ਕਿਧਰੇ ਵੀ ਸੇਵਾ ਅਤੇ ਸਿਮਰਨ ਦੀ ਜੋ ਸੁਗੰਧ ਸੀ ਨਹੀਂ ਆਈ। ਤੋ ਦੇਖਿਆ ਉਹਨੇ ਦੇ ਪੈਰ ਵੀ ਸੁੰਘੇ ਨੇ, ਇਹਦੇ ਹੱਥ ਵੀ ਸੁੰਘੇ ਨੇ, ਇਹਦਾ ਮੁੱਖ ਵੀ ਸੁੰਘਿਆ, ਸਾਰੇ ਸਰੀਰ ਦੀ ਪਰਿਕਰਮਾ ਕਰਕੇ ਅੰਗ ਪ੍ਰਤਿਅੰਗ ਉਹਨੇ ਸੁੰਘ ਕੇ ਦੇਖਿਆ। ਨਾ ਇਸ ਬੰਦੇ ਨੇ ਕਦੇ ਸੰਗਤ ਤੁਰ ਕੇ ਗਿਆ ਹੈ, ਨਾ ਇਹਨਾਂ ਹੱਥਾਂ ਨਾਲ ਕਦੇ ਸੇਵਾ ਕੀਤੀ ਹੈ, ਨਾ ਇਹਨਾਂ ਰਸਨਾਂ ਨਾਲ ਕਦੇ ਜਪਿਆ ਹੈ, ਨਾ ਇਹਨਾਂ ਅੱਖਾਂ ਨਾਲ ਕਦੇ ਗੁਰਮੁਖ ਸੰਗਤ ਦੇ ਦਰਸ਼ਨ ਕੀਤੇ, ਨਾ ਕਿਤੇ ਨੇ ਬੈਠ ਕੇ ਸਿਮਰਨ ਭਜਨ ਸਤਸੰਗਤ ਕੁਝ ਨਹੀਂ ਕੀਤਾ। ਇਸ ਕਰਕੇ ਦਾ ਮੁਰਦਾਰ ਵੀ ਉਹਨੇ ਨਹੀਂ ਖਾਧਾ, ਛੱਡ ਕੇ ਚਲਾ ਗਿਆ।
ਅਸੀਂ ਸੁਣਿਆ ਦਸ਼ਮੇਸ਼ ਨੇ ਕਿਹਾ ਸੀ ਨਾ, ਬੇਟਾ ਤੇਰੇ ਹੱਥ ਤੇ ਬੜੇ ਸੋਹਣੇ ਨੇ, ਪਰ ਇਹ ਹਨ ਹੱਥਾਂ ਦੇ ਸਦਕੇ ਮੈਂ ਪਾਣੀ ਨਹੀਂ ਪੀ ਸਕਦਾ, ਕਿਉਂਕਿ ਨਾ ਕੋਈ ਇਤਨੀ ਯੋਗਤਾ ਨਹੀਂ ਕਿ ਮੈਨੂੰ ਪਾਣੀ ਪਿਲਾ ਸਕਣ। ਇਹਨਾਂ ਹੱਥਾਂ 'ਚ ਇਤਨੀ ਯੋਗਤਾ ਨਹੀਂ ਹੈ। ਅਸੀਂ ਦੇਖਦੇ ਨਾ, ਇਹਨੂੰ ਪਾਤਰਤਾ ਕਹਿੰਦੇ ਨੇ ਫਿਲਾਸਫੀ 'ਚ। ਇਹ 'ਚ ਇਤਨੀ ਯੋਗਤਾ ਨਹੀਂ ਹੈ ਕਿ ਦਸ਼ਮੇਸ਼ ਦੇ ਹਜ਼ੂਰ ਪਾਣੀ ਦਾ ਛੰਨਾ ਪੇਸ਼ ਕਰ ਸਕੇ। ਯਾਦ ਰੱਖਣਾ, ਗੁਰੂ ਦੇ ਅੱਗੇ ਪੇਸ਼ ਕਰਨ ਵਾਸਤੇ ਤਾਂ ਯੋਗਤਾ ਚਾਹੀਦੀ ਨਾ। ਕਹਿਣ ਲੱਗਾ ਜੀ ਖੂਬਸੂਰਤ ਨੇ, ਦੇਖੋ ਮੈਲੇ ਨਹੀਂ ਗੇ, ਸਾਬਣ ਨਾਲ ਧੋਤੇ ਨੇ, ਕਦੇ ਹੋਰ ਕੋਈ ਮੈਲਾ ਕੰਮ ਕੀਤਾ ਹੀ ਨਹੀਂ। ਮਹਾਰਾਜ ਕਹਿਣ ਲੱਗੇ ਤੇ ਹੀ ਤੇ ਯੋਗਤਾ ਚਾਹੀਦੀ ਸੀ। ਤੇਰੇ ਝੱਗੇ ਤੇ ਮੈਲ ਲੱਗੀ ਹੁੰਦੀ, ਮੈਨੂੰ ਕੋਈ ਫਰਕ ਨਹੀਂ ਸੀ। ਤੇਰੇ ਹੱਥਾਂ 'ਤੇ ਹੋ ਸਕਦਾ ਕਾਲੀ ਮੈਲ ਲੱਗੀ ਹੁੰਦੀ, ਮੈਨੂੰ ਕੋਈ ਫਰਕ ਨਹੀਂ ਸੀ ਪੈਣਾ, ਪਰ ਉਹ 'ਚੋਂ ਕਿਤੇ ਸੇਵਾ ਦੀ ਖੁਸ਼ਬੂ ਤੇ ਆ ਰਹੀ ਹੁੰਦੀ। ਇਤਨਾ ਕਹਿ ਤੇ ਸਕਦਾ ਹੁੰਦਾ ਕਿ ਹਾਂ ਇਹ ਮੈਂ ਸੇਵਾ ਕਰਦਾ ਸਾਂ ਤਦ, ਪਰ ਨਹੀਂ ਕੀਤਾ ਨਾ। ਕਹਿਣ ਲੱਗੇ ਦੇ ਬਾਕੀ ਉਹਨਾਂ ਦੀ ਹੈ, ਸੁੰਦਰ ਸਰੀਰ ਉਹਨਾਂ ਦਾ ਹੈ, ਜਿਤ ਹਰ ਜਾਪੀ। ਜਿਸ ਸਰੀਰ ਦੇ ਸਦਕੇ ਸਿਮਰਨ ਹੁੰਦਾ ਹੈ ਤੇ ਸਰੀਰ ਸੁੰਦਰ ਹੈ, ਤੇ ਜੇ ਸਿਮਰਨ ਨਹੀਂ ਹੁੰਦਾ ਤੇ ਫਿਰ ਇਹ ਤੋਂ ਵੱਧ ਨਖਿੱਧ ਕੋਈ ਨਹੀਂ। ਜਿਸ ਕਰਤੇ ਨੇ ਇਸ ਨੂੰ ਪੈਦਾ ਕੀਤਾ, ਜਿਸ ਕਰਤੇ ਦਾ ਸਿਮਰਨ ਹੀ ਪ੍ਰਾਪਤ ਕੀਤਾ, ਤੇ ਫਿਰ ਨਖਿੱਧ ਹੈ, ਫਿਰ ਤੇ ਬੋਝ ਹੈ ਤੇ ਭਾਰ ਹੈ। ਇਹ ਦੇਹ ਸੁਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ। ਅਸੀਂ ਸਰੀਰ ਨੂੰ ਰੰਗ ਰੋਗਨ ਲਗਾ ਕੇ ਸੋਹਣਾ ਬਣਾ ਰਹੇ ਹਾਂ, ਕਦੇ ਅਸੀਂ ਕੁਛ ਲਗਾਉਂਦੇ ਹਾਂ, ਕਦੇ ਦੁਨੀਆ ਭਰ ਦੇ ਸੈਂਟ ਸਾਬਣ ਲਗਾ ਕੇ। ਠੀਕ ਹੈ, ਉਹ ਸਮਾਜਿਕ ਵਿਆਖਿਆਵਾਂ ਨੇ, ਮੈਂ ਨਹੀਂ ਕਹਿੰਦਾ, ਉੱਤੇ ਟਿੱਪਣੀ ਨਹੀਂ ਕਰਦਾ ਹੁੰਦਾ। ਪਰ ਸੁਹਾਵੀਆ ਸਰੀਰ ਕਿੱਦਾਂ ਬਣਦਾ ਹੈ, ਸੋਹਣਾ ਸਰੀਰ ਕਿਵੇਂ ਬਣੇਗਾ? ਹਰ ਹਰ ਨਾਮ, ਵਾਹਿਗੁਰੂ ਵਾਹਿਗੁਰੂ ਜੀ ਦੇ ਨਾਮ ਸਦਕੇ। ਜਿਸ ਸਰੀਰ ਵਿੱਚ ਨਾਮ ਦੀ ਖੁਸ਼ਬੂ ਆ ਗਈ, ਜਿਸ ਸਰੀਰ ਵਿੱਚ ਨਾਮ ਦੀ ਸੁਗੰਧ ਆ ਗਈ, ਤੇ ਸਰੀਰ ਸੁਹਾਵਾ ਜੇ। ਤੇ ਜੇ ਨਾਮ ਦੀ ਸੁਗੰਧ ਨਹੀਂ ਆਏ ਤੇ ਸਰੀਰ ਫਿਰ ਇਹ ਤੋਂ ਮਾੜੀ ਚੀਜ਼ ਹੈ ਹੀ ਨਹੀਂ। ਦੁਰਗੰਧ ਭਰੇ ਭੰਗਾਰ ਤੇ ਹੈਗਾ ਹੀ ਆ ਸਰੀਰ, ਬੇਸਿਕਲੀ ਹੈ ਤੇ ਭਰਿਆ ਭੰਗਾਰ ਹੀ ਹੈ ਨਾ, ਬਦਬੂ ਹੀ ਹੈ ਨਾ, ਪਰ ਫਿਰ ਵੀ ਇਸ ਨੂੰ ਪਵਿੱਤਰ ਕਹਿ ਰਹੇ ਨੇ। ਸਾਨੂੰ ਪਤਾ ਹੈ ਇਸ ਸੁੰਦਰ ਚਮੜੀ ਦੇ ਹੇਠ ਜੋ ਕੁਝ ਵੀ ਹੈਗਾ, ਅਗਰ ਇਹ ਤੋਂ ਬਾਹਰ ਆ ਜਾਏ ਤੇ ਅਸੀਂ ਘਿਰਣਾ ਕਰਦੇ ਹਾਂ, ਆਪਣੇ ਹੀ ਅੰਦਰਲੇ ਦੇ ਨਾਲ ਅਸੀਂ ਘਿਰਣਾ ਕਰਦੇ ਹਾਂ। ਸਾਡਾ ਇੱਕ ਡ੍ਰੌਪ ਖੂਨ ਵੀ ਕਿਤੇ ਬਾਹਰ ਲੱਗ ਜੇ ਅਸੀਂ ਉਤੋਂ ਘਿਰਣਾ ਕਰਦੇ ਹਾਂ, ਕਿਉਂਕਿ ਉਹੀ ਖੂਨ ਸਾਡੇ ਕੱਪੜੇ, ਸਾਡਾ ਇਹ ਖੂਨ ਸਾਡੇ ਕੱਪੜੇ 'ਤੇ ਲੱਗ ਜਾਏ ਤੇ ਅਸੀਂ ਕਹਿੰਦੇ ਛੇਤੀ ਕੱਪੜੇ ਬਦਲੋ, ਖੂਨ ਦਾ ਦਾਗ ਲੱਗ ਗਿਆ, ਜਦ ਕਿ ਆਪਣੇ ਖੂਨ ਹੈ ਜਿਹਨੂੰ ਵਧਾਉਣ ਵਾਸਤੇ ਦਵਾਈਆਂ ਖਾਂਦੇ ਪਏ ਆ। ਤਾਂ ਮਤਲਬ ਭਰੀ ਭੰਗਾਰ ਹੈ, ਭੀਤਰ ਭਰੀ ਭੰਗਾਰ, ਅੰਦਰ ਤੇ ਬਦਬੂ ਹੈ, ਪਰ ਬਾਵਜੂਦ ਇਸ 'ਤੇ ਇਸ ਨੂੰ ਸੁਹਾਵਾ ਕਰਨਾ ਹੈ, ਚੰਗਾ ਕਰਨਾ ਹੈ। ਕਿਵੇਂ? ਹਰ ਹਰ ਨਾਮ ਸੁਹਾਵੀਆ। ਇਹ ਨਾਮ ਦੇ ਸਦਕੇ ਸ਼ੁਭਾਇਮਾਨ ਹੋਏਗੀ। ਗੁਰਦੇਵ ਕਿਰਪਾ ਕਰਨੇ ਰਹੱਸਾ ਵੀ ਸਰੀਰ ਮਿਲਿਆ ਜੇ ਇਸ ਦੀ ਸਦ ਵਰਤੋਂ ਕਰ ਲਈਏ, ਕਿਤੇ ਐਵੇਂ ਬੇਅਰਥ ਹੀ ਸਰੀਰ ਨਾ ਚਲਾ ਜਾਏ। ਵੱਡ ਭਾਗੀ ਭਾਈ, ਫਿਰ ਕਹਿਣ ਲੱਗੇ ਭਾਈ ਚੇਤਾ ਕਰਿਓ ਇਹ ਸਰੀਰ ਵੱਡੇ ਭਾਗਾਂ ਕਰਕੇ ਮਿਲਿਆ ਜੇ, ਦੇਹੀ ਬੜੇ ਵੱਡੇ ਭਾਗਾਂ ਕਰਕੇ ਮਿਲੀ ਜੇ। ਵੱਡ ਭਾਗੀ ਪਾਈ ਨਾਮ ਸਖਾਈ, ਨਾਮ ਦੇ ਸਦਕੇ ਸੁਖੈਨ ਹੈ, ਸੁਖਾਵੀ ਹੈ, ਸੁਹਾਵੀ ਹੈ, ਸੁੰਦਰ ਹੈ। ਤੇ ਜੇ ਨਾਮ ਨਹੀਂ ਤੇ ਫਿਰ ਬੋਝ ਹੈ। ਇਹ ਸਰੀਰ ਵੀ ਬੋਝ ਬਣ ਜਾਂਦਾ ਜਦੋਂ ਉਮਰ ਦਰਾਜ ਹੋ ਜਾਏ, ਗੁਸਤਾਖੀ ਦੀ ਮਾਫੀ, ਇਹ ਸਰੀਰ ਬੋਝ ਹੋ ਜਾਂਦਾ ਹੈ। ਆ ਹੁਣ ਕਿਤੇ 4 ਮੰਜ਼ਲਾਂ ਚੜ੍ਹਨਾ ਪਵੇ ਨਾ, ਇਹ ਸਰੀਰ ਬੋਝ ਲੱਗਣ ਲੱਗ ਪਏਗਾ। ਪਰ ਇਹ ਸੁਹਾਵਾ ਹੋ ਸਕਦਾ ਹੈ, ਸੁੰਦਰ ਹੋ ਸਕਦਾ ਹੈ, ਹਲਕਾ ਫੁੱਲ ਹੋ ਸਕਦਾ ਹੈ। ਵੱਡ ਭਾਗੀ ਪਾਈ ਨਾਮ ਸਖਾਈ, ਕਿੱਦਾਂ ਕੀ ਕਰੀ? ਕਹਿਣ ਲੱਗੇ ਜਨ ਨਾਨਕ ਰਾਮ ਉਪਾਈਆ, ਉਹ ਪਿਆਰੇ ਰੱਬ ਨੇ ਬਣਾ ਕੇ ਦਿੱਤਾ ਹੈ ਤੈਨੂੰ। ਇਹ ਸੁੰਦਰ ਸਰੀਰ ਰੱਬ ਨੇ ਦਿੱਤਾ ਹੈ, ਅਸਾਂ ਮੰਗਿਆ ਨਹੀਂ ਸੀ, ਸਾਡੀ ਚੇਤਨਾ ਨੇ ਪ੍ਰਬਲ ਨਹੀਂ ਸੀ ਕਿ ਅਸੀਂ ਮੰਗ ਸਕਦੇ, ਸਾਨੂੰ ਪਤਾ ਹੀ ਨਹੀਂ। ਸਾਨੂੰ ਪੁੱਛਿਆ ਥੋੜ੍ਹਾ ਸੀ ਵੀ ਤੂੰ ਕਿੰਨਾ ਮਾਪਿਆਂ ਦੇ ਘਰ ਜਨਮ ਲੈਣਾ, ਸਾਨੂੰ ਪੁੱਛਿਆ ਹੀ ਨਹੀਂ। ਤੇ ਨਾ ਫਿਰ ਸਾਨੂੰ ਪੁੱਛਿਆ ਵੀ ਤੇਰੇ ਘਰ ਕਿਹੜੇ ਬੱਚੇ ਨੂੰ ਜਨਮ ਦਈਏ, ਨਹੀਂ ਦੇਤਾ ਉਹਨੇ, ਸੁੰਦਰ ਸਰੀਰ ਦੇਤਾ। ਬੱਚਿਆਂ ਦੇ ਸੁੰਦਰ ਸਰੀਰ ਨੇ, ਹੋ ਸਕਦਾ ਕਿਸੇ ਬੱਚੇ ਸੁੰਦਰ ਸਰੀਰ ਨਾ ਹੋਵੇ, ਹੋ ਸਕਦਾ ਕੋਈ ਲੰਬਾ ਚੌੜਾ ਜਵਾਨ ਬੱਚਾ ਨਾ ਹੋਵੇ, ਪਰ ਦੇਤਾ ਨਾ। ਕੀ ਕਰ ਸਕਦੇ, ਘਰੋਂ ਕੱਢ ਦਿਓਗੇ ਕਿ ਇੱਕ ਬੱਚਾ ਬਹੁਤ ਖੂਬਸੂਰਤ ਲੰਬਾ ਚੌੜਾ ਜਵਾਨ ਹੈ ਤੇ ਇੱਕ ਬੱਚਾ ਵਿਚਾਰਾ ਖੂਬਸੂਰਤ ਨਹੀਂ ਹੈ, ਕਿ ਘਰੋਂ ਕੱਢ ਦਿਓਗੇ? ਅਸ਼ਟਾਵਕਰ ਨੂੰ ਸੁੰਦਰ ਸਰੀਰ ਨਹੀਂ ਦਿੱਤਾ ਕਿ ਉਹਦੇ ਮਾਪਿਆਂ ਨੇ ਘਰੋਂ ਕੱਢ ਦਿੱਤਾ, ਪਰ ਅਸ਼ਟਾਵਕਰ ਨੇ ਇਸ ਬਦਸੂਰਤ ਸਰੀਰ ਨੂੰ ਵੀ ਸਭ ਤੋਂ ਸੁੰਦਰ ਬਣਾ ਦਿੱਤਾ। ਦੁਨੀਆ ਦੇ
ਜਿਹਨੂੰ ਗੁਰੂ ਨਾਨਕ ਨੇ ਗੁਰਮੁਖ ਕਹਿ ਦਿੱਤਾ, ਉਸ ਮਹਾਨ ਰਾਜੇ ਦਾ ਗੁਰੂ ਹੋਣ ਦਾ ਖਿਤਾਬ ਉਸ ਅਸ਼ਟਾਵਕਰ ਵਿਅਕਤਿਤਵ ਨੇ ਜਿੱਤੋਂ ਤੁਰਿਆ ਨਹੀਂ ਸੀ ਜਾਂਦਾ, ਜਿਹਦਾ ਸਰੂਪ ਕੁਰੂਪ ਸੀਗਾ, ਉਸ ਨੇ ਪ੍ਰਾਪਤ ਕਰ ਲਿਆ। ਸਭ ਤੋਂ ਉੱਤਮ ਦਰਜਾ ਉਸਨੇ ਪ੍ਰਾਪਤ ਕੀਤਾ ਅਸ਼ਟਾਵਕਰ ਨੇ। ਗੁਰਦੇਵ ਕਿਰਪਾ ਕਰਨ ਅਸੀਂ ਪ੍ਰਾਪਤ ਕਰੀਏ, ਸਾਨੂੰ ਸੁੰਦਰ ਸਰੀਰ ਮਿਲਿਆ, ਇਹਦੀ ਸਦ ਵਰਤੋਂ ਕਰ ਸਕੀਏ, ਇਹਦੀ ਸਹੀ ਹੰਡਾ ਸਕੀਏ। ਆਉਣ ਵਾਲੇ ਦਿਨਾਂ 'ਚ ਹੋਰ ਆਪਾਂ ਵੱਜਦੇ ਜਪਦੇ ਜਾਵਾਂਗੇ। ਅੱਜ ਸਾਨੂੰ ਇਹ ਮਿਲਿਆ ਕਿ ਭਾਈ ਨਾਮ ਤੋਂ ਬਿਨਾਂ ਬਿਨ ਨਾਵੇਂ ਸਭ ਭਰਮਦੇ ਨੇ, ਅਤੇ ਨਾਮ ਜਪਣ ਦੀ ਜੁਗਤ ਹੈ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰ ਸਕੀਏ। ਜਲਸ ਤੂੰ ਹੀ, ਥਲਸ ਤੂੰ ਹੀ, ਜਮੀ ਤੂੰ ਹੀ, ਜਮਾਤ ਤੂੰ ਹੀ, ਮਕੀ ਤੂੰ ਹੀ, ਮਕਾ ਤੂੰ ਹੀ ਕਰ ਸਕੀ। ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।